ਅੱਧੇ ਅਧੂਰੀ ਦੀ ਪੰਜਵੀਂ ਕਿਸ਼ਤ। ਇਸ ਨਾਵਲ ਨੂੰ ਲਿਖਿਆ ਹੈ ਭੁਪਿੰਦਰ ਸਿੰਘ ਰੈਣਾ ਨੇ ਤੇ ਆਵਾਜ਼ ਦਿੱਤੀ ਸ਼ਮਾ ਪੰਗੂ ਨੇ। ਕੜੀ ਜੋੜਨ ਵਾਸਤੇ ਇਸ ਦੀਆਂ ਪਹਿਲੀਆਂ 4 ਕਿਸ਼ਤਾਂ ਵੀ ਜ਼ਰੂਰ ਸੁਣੋ। ਤੇ ਚਲੋ ਆਓ ਫਿਰ ਸ਼ੁਰੂ ਕਰਦੇ ਹਾਂ 5ਵੀਂ ਕਿਸ਼ਤ। ਦੁਪਹਿਰ ਦੇ 1:30-2 ਵਜੇ ਦਾ ਵੇਲਾ ਹੋਣਾ ਹੈ ਜਦੋਂ ਗੁਰਸੇਵਕ ਮਹਿਰਾ ਜੀ ਦੇ ਦਫ਼ਤਰ ਪਹੁੰਚਿਆ। ਮਹਿਰਾ ਸਾਹਿਬ ਬੜੇ ਸਤਿਕਾਰ ਤੇ ਖਲੂਸ ਨਾਲ ਜੱਫੀ ਪਾ ਕੇ ਮਿਲੇ। ਫਿਰ ਕਹਿਣ ਲੱਗੇ, ਵੀਰ ਜੀ ਕਿਤੇ ਬਾਹਰ ਜਾਂਦੇ ਹਾਂ, ਇੱਥੇ ਕੋਈ ਨਾ ਕੋਈ ਆਇਆ ਹੀ ਰਹਿੰਦਾ ਹੈ, ਢੰਗ ਨਾਲ ਗੱਲ ਨਹੀਂ ਹੋ ਸਕਦੀ। ਕਿਤੇ ਬੈਠਾਂਗੇ, ਲੰਚ ਵੀ ਕਰਾਂਗੇ ਤੇ ਗੱਪਸ਼ਪ ਵੀ ਲਾਵਾਂਗੇ। ਠੀਕ ਹੈ, ਜਿਵੇਂ ਤੁਸੀਂ ਠੀਕ ਸਮਝੋ। ਗੁਰਸੇਵਕ ਨੇ ਹਾਂ ਵਿੱਚ ਹਾਂ ਭਰੀ ਤੇ ਮਹਿਰਾ ਸਾਹਿਬ ਅਰਸ਼ਪ੍ਰੀਤ ਨੂੰ ਸਮਝਾ ਕੇ ਗੁਰਸੇਵਕ ਨੂੰ ਨਾਲ ਲੈ ਕੇ ਨਿਕਲ ਗਏ ਤੇ ਲਾਰੈਂਸ ਰੋਡ ਦੇ ਇੱਕ ਬਾਰ ਅਤੇ ਰੈਸਟੋਰੈਂਟ ਵਿੱਚ ਵੜ ਗਏ। ਨਵੇਕਲੇ ਟੇਬਲ 'ਤੇ ਬੈਠ ਗਏ। ਵੇਟਰ ਨੂੰ ਬੀਅਰ ਲਿਆਉਣ ਵਾਸਤੇ ਕਿਹਾ, ਪਰ ਗੁਰਸੇਵਕ ਨੇ ਕਿਹਾ, ਮਹਿਰਾ ਸਾਹਿਬ ਮੈਂ ਦਿਨੇ ਨਹੀਂ ਪੀਤਾ। ਕੀ ਗੱਲ ਕਰਦੇ ਹੋ ਵੀਰ ਜੀ, ਇੰਨੇ ਵੱਡੇ ਫੌਜ ਦੇ ਅਫਸਰ ਰਹੇ ਹੋ, ਬੀਅਰ ਨਾਲ ਕੀ ਫਰਕ ਪੈਂਦਾ? ਘੁੱਟ-ਘੁੱਟ ਲਾਵਾਂਗੇ, ਆਪਣੀ ਗੱਲ ਕਰਾਂਗੇ, ਤਦ ਤੱਕ ਲੰਚ ਵੀ ਆ ਜਾਵੇਗਾ। ਠੀਕ ਹੈ, ਗੁਰਸੇਵਕ ਨੇ ਹਾਂ 'ਚ ਹਾਂ ਮਿਲਾਈ। ਵੀਰ ਜੀ ਮੇਰੀ ਮਰਜ਼ੀ ਵੀ ਹੈ ਤੇ ਬੱਚੇ ਵੀ ਚਾਹੁੰਦੇ ਨੇ। ਮੈਂ ਅਰਸ਼ਪ੍ਰੀਤ ਤੋਂ ਬਹੁਤ ਪ੍ਰਭਾਵਿਤ ਹਾਂ। ਬੜਾ ਮਿਹਨਤੀ, ਵਫਾਦਾਰ ਤੇ ਸੰਸਾਰਕ ਬੱਚਾ ਹੈ। ਇਸ ਨੂੰ ਵੇਖ ਕੇ ਮੇਰੀ ਹਮੇਸ਼ਾ ਇੱਛਾ ਰਹੀ ਕਿ ਮੇਰੀ ਬੇਟੀ ਲਈ ਵੀ ਕੋਈ ਇਹੋ ਜਿਹਾ ਸਾਥ ਮਿਲੇ, ਇਹੋ ਜਿਹਾ ਰਿਸ਼ਤਾ ਮਿਲੇ ਤਾਂ ਮੇਰਾ ਵੀ ਤੇ ਮੇਰੀ ਬੇਟੀ ਦਾ ਜੀਵਨ ਸਫਲ ਹੋ ਜਾਏ। ਮਹਿਰਾ ਸਾਹਿਬ ਬੋਲੇ, ਹਾਂ, ਹਰ ਮਾਤਾ ਪਿਤਾ ਦੀ ਇਹੀ ਇੱਛਾ ਹੁੰਦੀ ਹੈ ਕਿ ਬੱਚਿਆਂ ਦਾ ਜੀਵਨ ਸੁਖੀ ਹੋਵੇ। ਵੀਰ ਜੀ ਦੋਨੋਂ ਕਾਲਜ ਇਕੱਠੇ ਪੜ੍ਹੇ ਨੇ, ਦੋਨੋਂ ਹੀ ਕਾਮਰਸ ਪੜ੍ਹਦੇ ਸਨ, ਦੋਨੋਂ ਹੀ ਇੱਕ ਦੂਜੇ ਨੂੰ ਪਸੰਦ ਕਰਨ ਲੱਗ ਗਏ। ਮੈਂ ਤੇ ਦੀਪਤੀ ਨੂੰ CA ਬਣਾਉਣਾ ਚਾਹੁੰਦਾ ਸਾਂ, ਪਰ ਉਹ ਐਸੀ ਜ਼ਹੀਨ ਨਹੀਂ, ਮਸਾਂ ਹੀ ਪਾਸ ਹੋਈ ਹੈ ਤੇ ਮੈਂ ਸੋਚਿਆ ਵਿਆਹ ਤੱਕ ਕੁਝ ਹੋਰ ਪੜ੍ਹ ਲਵੇ। ਉਸ ਦੀ ਰੁਚੀ ਲਾਅ ਵਿੱਚ ਸੀ, ਇਸ ਲਈ LLB ਕਰਵਾ ਦਿੱਤੀ। ਅਰਸ਼ ਹੁਸ਼ਿਆਰ ਹੈ, ਬਹੁਤ ਸਮਝਦਾਰ ਹੈ ਤੇ ਆਉਣ ਵਾਲੇ ਵਕਤ ਵਿੱਚ ਬਹੁਤ ਨਾਮ ਕਮਾਵੇਗਾ। ਜਦੋਂ ਦਾ CA ਬਣਿਆ, ਮੇਰਾ ਅੱਧੇ ਤੋਂ ਜ਼ਿਆਦਾ ਕੰਮ ਇਸ ਨੇ ਸੰਭਾਲ ਲਿਆ ਹੈ। ਮੈਨੂੰ ਕੋਈ ਚਿੰਤਾ ਹੀ ਨਹੀਂ, ਇਸ ਨੂੰ ਵੀ ਕੁਝ ਕਰਨ ਦੀ ਲੋੜ ਨਹੀਂ। ਬਹੁਤ ਰਸੂਖ ਵਾਲੇ ਵੱਡੇ ਵੱਡੇ ਕਾਰੋਬਾਰੀ, ਫੈਕਟਰੀਆਂ ਵਾਲੇ ਮੇਰੇ ਕਲਾਇੰਟ ਨੇ। ਇਸ ਦੇ ਵਾਸਤੇ ਚੱਲਿਆ ਚਲਾਇਆ ਕੰਮ ਆ, ਸਿਰਫ ਸਾਂਭਣਾ ਤੇ ਉਹ ਇਹ ਸਾਂਭ ਰਿਹਾ ਹੈ। ਬੀਅਰ ਦਾ ਲੰਮਾ ਘੁੱਟ ਮਹਿਰਾ ਸਾਹਿਬ ਨੇ ਲਿਆ। ਮਹਿਰਾ ਸਾਹਿਬ ਇਹ ਸਭ ਸੰਜੋਗ ਹਨ, ਸਭ ਧੁਰੋਂ ਲਿਖਿਆ ਹੁੰਦਾ ਹੈ, ਲੇਖ ਈਸ਼ਵਰ ਆਪ ਬਣਾਉਂਦਾ ਹੈ। ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ। ਮੇਰੇ ਭਰਾਵਾਂ ਤੇ ਹੋਰ ਰਿਸ਼ਤੇਦਾਰਾਂ ਨੂੰ ਇਹ ਰਿਸ਼ਤਾ ਮਨਜ਼ੂਰ ਨਹੀਂ, ਬੜੀਆਂ ਗੱਲਾਂ ਕਰ ਰਹੇ ਨੇ। ਮੇਰੀ ਪਤਨੀ ਨੂੰ ਵੀ ਬਹੁਤ ਇਤਰਾਜ਼ ਆ, ਬੜਾ ਵਿਰੋਧ ਕਰ ਰਹੀ ਆ, ਪਰ ਦੀਪਤੀ ਨੇ ਆਪੇ ਹੀ ਸਮਝਾ ਲਿਆ। ਚਾਚੇ ਮਾਮਿਆਂ ਨਾਲ ਵੀ ਉਹ ਆਪੇ ਨਿਪਟ ਰਹੀ ਆ। ਇਹੋ ਜਿਹੇ ਹਾਲਾਤਾਂ ਵਿੱਚ ਰਿਸ਼ਤੇਦਾਰਾਂ ਦਾ ਵਿਰੋਧ ਹੋਣਾ ਲਾਜ਼ਮੀ ਹੈ। ਅਸੀਂ ਸਿੱਖ ਤੇ ਤੁਸੀਂ ਹਿੰਦੂ, ਫਿਰ ਬਾਕੀ ਪਰਿਵਾਰ ਵਾਲੇ ਇਤਰਾਜ਼ ਤੇ ਕਰਨਗੇ। ਮੈਂ ਤੇ ਵੀਰ ਜੀ ਸਾਫ਼ ਕਹਿ ਦਿੱਤਾ ਸੀ, ਜਿਸ ਕੌਮ ਨਾਲ ਸਾਡੀ ਰੋਟੀ ਦੀ ਸਾਂਝ ਹੈ, ਉੱਥੇ ਬੇਟੀ ਦੀ ਸਾਂਝ ਵੀ ਕਰ ਸਕਦੇ ਹਾਂ। ਸਾਡਾ ਖਾਣਾ ਪੀਣਾ, ਉੱਠਣਾ ਬੈਠਣਾ ਤੇ ਦਿਨ ਤਿਉਹਾਰ ਸਾਂਝੇ ਨੇ, ਤਾਂ ਬੇਟੀ ਦੇਣ ਵਿੱਚ ਕੀ ਸਮੱਸਿਆ? ਮੇਰੇ ਸਹੁਰਿਆਂ ਵਿੱਚ ਇੱਕ ਸਿੱਖ ਲੜਕੀ ਵੀ ਵਿਆਹ ਕੇ ਲਿਆਂਦੀ ਤੇ ਪੂਰੇ ਪਰਿਵਾਰ ਦੀਆਂ ਬਹੂਆਂ ਵਿੱਚੋਂ ਸਭ ਤੋਂ ਸਿਆਣੀ ਤੇ ਸੁਚੱਜੀ ਆ। ਉਸ ਦੀ ਤਾਰੀਫ ਕਰਦੇ ਨਹੀਂ ਥੱਕਦੇ। ਮਹਿਰਾ ਸਾਹਿਬ ਤੁਸੀਂ ਦੁਨੀਆ ਵੇਖੀ ਆ, ਚੰਗਾ ਮੰਦਾ ਸਭ ਸਮਝਦੇ ਹੋ। ਮੈਂ ਤੁਹਾਡੇ ਫੈਸਲੇ ਦੀ ਦਾਦ ਦਿੰਦਾ। ਬਾਕੀ ਸਾਡੇ ਵੱਲੋਂ ਤੇ ਪੂਰੀ ਹਾਂ ਆ। ਜਦੋਂ ਠੀਕ ਸਮਝੋ ਸ਼ਾਦੀ ਦੀ ਤਰੀਕ ਮੁਕੱਰਰ ਕਰ ਲਓ। ਅਸੀਂ ਤੇ ਮਹੂਰਤ ਵਗੈਰਾ ਵਿੱਚ ਯਕੀਨ ਨਹੀਂ ਕਰਦੇ। ਅਸੀਂ ਸਾਰੇ ਤਿਥਵਾਰਾਂ ਨੂੰ ਇੱਕੋ ਜਿਹਾ ਸਮਝਦੇ ਹਾਂ। ਬਾਕੀ ਤੁਸੀਂ ਕੋਈ ਚੰਗਾ ਜਿਹਾ ਮਹੂਰਤ ਲੱਭ ਕੇ ਤਰੀਕ ਪੱਕੀ ਕਰਕੇ ਸਾਨੂੰ ਦੱਸ ਦੇਣਾ। ਉਮੀਦ ਹੈ ਕਿ ਬੱਚਿਆਂ ਦੀ ਚੰਗੀ ਨਿਭੇਗੀ ਤੇ ਸੁਖੀ ਰਹਿਣਗੇ। ਵੀਰ ਜੀ ਤੁਹਾਡਾ ਆਸ਼ੀਰਵਾਦ ਚਾਹੀਦਾ ਹੈ, ਬੱਚਿਆਂ ਦੇ ਸਿਰ ਉੱਤੇ ਤੁਹਾਡਾ ਹੱਥ ਰਹਿਣਾ ਚਾਹੀਦਾ ਹੈ। ਗੱਲਬਾਤ ਮੁਕੰਮਲ ਹੋ ਗਈ। ਜਿਵੇਂ ਸੋਚਿਆ ਸੀ ਉਵੇਂ ਹੀ ਹੋਇਆ। ਦੋਵੇਂ ਧਿਰਾਂ ਸਹਿਮਤ ਸਨ ਤੇ ਖੁਸ਼ ਸਨ।
ਸਾਰੀ ਗੱਲਬਾਤ ਕਰਕੇ ਗੁਰਸੇਵਕ ਘਰ ਆ ਗਿਆ। ਮਨ ਵਿੱਚ ਖੁਸ਼ ਸੀ। ਬੇਟੇ ਦਾ ਵਿਆਹ ਕਰਕੇ ਆਪਣੀਆਂ ਜ਼ਿੰਮੇਵਾਰੀਆਂ ਤੋਂ ਸੁਰਖਰੂ ਹੋਣ ਦੀ ਖੁਸ਼ੀ ਸੀ। ਬੇਟੇ ਦਾ ਵਿਆਹ ਕਰਨ ਦਾ ਚਾਅ ਸੀ। ਅੱਗੇ ਪਰਿਵਾਰ ਵਧੇਗਾ, ਖਾਨਦਾਨ ਤੁਰੇਗਾ, ਇਸ ਦੀ ਤਸੱਲੀ ਸੀ। ਹਰ ਮਨੁੱਖ ਨੂੰ ਆਪਣਾ ਖਾਨਦਾਨ ਤੇ ਖਾਨਦਾਨ ਨੂੰ ਵਾਰਸ ਦੇਣ ਦਾ ਰਿਣ ਹੁੰਦਾ ਹੈ। ਅੱਗੋਂ ਪਰਿਵਾਰ ਵਿੱਚ ਔਲਾਦ ਹੋਣ ਨਾਲ ਬਜ਼ੁਰਗਾਂ ਦਾ ਰਿਣ ਮੁੱਕਦਾ ਹੈ। ਇਹ ਸੋਚ ਹੈ ਸਮਾਜ ਦੀ। ਘਰ ਆਉਂਦਿਆਂ ਹੀ ਆਨੰਦੀ ਨੇ ਪੁੱਛਿਆ, ਘਰ ਆਇਓ ਵਿਆਹ ਮੁਕਰਰ? ਹਾਂ, ਕਰਨਾ ਹੀ ਸੀ, ਸਰਦਾਰ ਜੀ ਨੇ ਸੋਫੇ ਤੇ ਬੈਠਦਿਆਂ ਉੱਤਰ ਦਿੱਤਾ। ਅਸੀਂ ਵੈਸੇ ਚੰਗਾ ਨਹੀਂ ਕੀਤਾ। ਕਿਉਂ? ਕੋਈ ਸਿੱਖ ਲੜਕੀ ਲੱਭਣੀ ਸੀ। ਇਹ ਸੰਜੋਗ ਹੁੰਦੇ ਨੇ ਆਨੰਦ ਕੌਰੇ, ਪਰ ਉਸ ਦਾ ਪਾਠ ਪੂਜਾ ਦਾ ਢੰਗ ਵੱਖਰਾ, ਤਿੰਨ ਤਿਉਹਾਰ ਮਨਾਉਣ ਦਾ ਢੰਗ ਵੱਖਰਾ। ਕੀ ਸਿਖਾਓਗੇ? ਤੇ ਫਿਰ ਉਹ ਮੰਨੇਗੀ ਵੀ ਕਿ ਨਹੀਂ? ਸਾਡੇ ਤਰੀਕੇ ਨਾਲ ਚੱਲੇਗੀ ਵੀ ਕਿ ਨਹੀਂ? ਆਪੇ ਅਰਸ਼ ਸਮਝਾ ਲਵੇਗਾ। ਪਰ ਤੁਸੀਂ ਤੇ ਕੱਟੜ ਸਿੱਖ ਹੋ, ਵਾਹਿਗੁਰੂ ਨੂੰ ਮੰਨਦੇ ਹੋ। ਆਨੰਦੀ, ਮੈਂ ਅੰਤਰ ਜਾਤੀ ਵਿਆਹ ਦੇ ਪੱਖ ਵਿੱਚ ਬਿਲਕੁਲ ਨਹੀਂ। ਮੈਂ ਚਾਹੁੰਦਾ ਹਾਂ ਕਿ ਸਿੱਖ ਬੱਚਾ ਬੱਚੀ ਆਪਣੇ ਧਰਮ ਵਿੱਚ ਹੀ ਵਿਆਹ ਕਰਨ। ਇਸੇ ਤਰ੍ਹਾਂ ਹਿੰਦੂ ਬੱਚੇ ਜਾਂ ਮੁਸਲਮਾਨ ਬੱਚੇ ਵੀ ਆਪਣੇ ਧਰਮ ਦੇ ਪਾਬੰਦ ਰਹਿਣ। ਅੰਤਰ ਜਾਤੀ ਵਿਆਹ ਸਮਾਜ ਨੂੰ ਜੋੜਦੇ ਵੀ ਹਨ, ਪਰ ਇਸ ਵਿੱਚ ਕਈ ਸਮੱਸਿਆਵਾਂ ਵੀ ਹਨ। ਪਰ ਜੋ ਹੋਣਾ ਸੀ ਉਹ ਹੋ ਗਿਆ। ਬੱਚਿਆਂ ਦੀ ਖੁਸ਼ੀ ਆ ਤੇ ਉਹਨਾਂ ਦੀ ਖੁਸ਼ੀ ਸਾਡੀ ਖੁਸ਼ੀ। ਇਹ ਤੇ ਬਹੁਤ ਖੁਸ਼ੀ ਵਾਲੀ ਗੱਲ ਤੇ ਮੁਬਾਰਕ ਵਾਲੀ ਗੱਲ ਆ ਕਿ ਦੋਨਾਂ ਨੇ ਮਾਤਾ ਪਿਤਾ ਦੀ ਅਨੁਮਤੀ ਲਈ ਆ। ਅਗਰ ਘਰੋਂ ਭੱਜ ਕੇ ਵਿਆਹ ਕਰ ਲੈਂਦੇ ਫਿਰ ਕੀ ਕਰਨਾ ਸੀ ਅਸੀਂ? ਹਾਂ, ਇਹ ਤੇ ਠੀਕ ਆ, ਨਹੀਂ ਤਾਂ ਬਦਨਾਮੀ ਵੱਖਰੀ ਹੋਣੀ ਸੀ। ਚਲੋ ਜੋ ਹੋਇਆ ਠੀਕ ਆ। ਆਨੰਦੀ ਨੇ ਆਪਣੇ ਵੱਲੋਂ ਸਹਿਮਤੀ ਕਰ ਦਿੱਤੀ ਤੇ ਸਭ ਠੀਕ ਹੋ ਗਿਆ। ਮਿੱਥੀ ਹੋਈ ਤਰੀਕ ਤੇ ਵਿਆਹ ਹੋ ਗਿਆ। ਸਾਰੇ ਰਿਸ਼ਤੇਦਾਰ ਕਸ਼ਮੀਰੋਂ ਵੀ ਆਏ ਤੇ ਬਹੁਤ ਧੂਮਧਾਮ ਨਾਲ ਵਿਆਹ ਹੋ ਗਿਆ। ਗੁਰਸੇਵਕ ਸਿੰਘ ਦੀ ਬੇਟੀ ਮਿੰਨੀ, ਜਿਹੜੀ ਦਿੱਲੀ ਵਿਆਹੀ ਸੀ, ਸਨੇ ਪਰਿਵਾਰ ਵਿਆਹ ਆਈ ਆਪਣੇ ਪਤੀ, 2 ਸਾਲ ਦੇ ਬੇਟੇ ਤੇ ਸਹੁਰੇ ਨਾਲ। ਉਹ ਡਾਕਟਰ ਸੀ। ਉਸ ਦਾ ਪਰਿਵਾਰ ਮਿੰਨੀ ਦੇ ਨਾਲ ਅਤਿਅੰਤ ਖੁਸ਼ ਸੀ। ਵਾਪਸ ਜਾਣ ਤੋਂ ਪਹਿਲੇ ਉਸ ਦੇ ਸਹੁਰੇ ਨੂੰ ਸਰਦਾਰ ਜੀ ਮਿਲੇ ਤੇ ਕਿਹਾ, ਵਿਆਹ ਵਿੱਚ ਬਹੁਤ ਰੁਝੇਵੇਂ ਦੇ ਕਾਰਨ ਤੁਹਾਡੀ ਦੇਖਭਾਲ ਠੀਕ ਠਾਕ ਨਹੀਂ ਹੋਈ। ਭਰਾ ਜੀ, ਕਿਹੋ ਜਿਹੀਆਂ ਗੱਲਾਂ ਕਰਦੇ ਹੋ? ਅਸੀਂ ਬਹੁਤ ਚੰਗੀ ਤਰ੍ਹਾਂ ਰਹੇ ਤੇ ਬੜਾ ਆਨੰਦ ਮਾਣਿਆ। ਬੜੀ ਚੰਗੀ ਤਰ੍ਹਾਂ ਸਭ ਭੁਗਤ ਗਿਆ। ਬੜੀ ਖੁਸ਼ੀ ਆ। ਇੱਥੇ ਵੀ ਆਪਣੇ ਘਰ ਵਾਂਗੂ ਮਿੰਨੀ ਬੇਟੀ ਨੇ ਬਹੁਤ ਖਿਆਲ ਰੱਖਿਆ। ਮਿੰਨੀ ਦੀ ਮੰਮੀ ਵੀ ਵਿਚਾਰੇ ਬਹੁਤ ਰੁਝੇਵੇਂ ਦੇ ਬਾਵਜੂਦ ਵੀ ਸਾਡੇ ਆਰਾਮ ਦੀ ਚਿੰਤਾ ਕਰਦੇ ਰਹੇ। ਮਿੰਨੀ ਦੇ ਸਹੁਰੇ ਨੇ ਕਿਹਾ, ਇਹ ਸਾਡਾ ਫਰਜ਼ ਆ ਸੰਬੰਧੀਆਂ ਦਾ ਵਿਸ਼ੇਸ਼ ਧਿਆਨ ਰੱਖਣਾ। ਸਰਦਾਰ ਸਾਹਿਬ, ਅਸੀਂ ਤਾਂ ਵੈਸੇ ਵੀ ਤੁਹਾਡੇ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਆਪਣੀ ਬੇਟੀ ਦੇ ਰੂਪ ਵਿੱਚ ਇੱਕ ਨਾਯਾਬ ਹੀਰਾ ਸਾਡੀ ਝੋਲੀ ਵਿੱਚ ਪਾਇਆ। ਸਾਡੀਆਂ ਵੀ 2 ਬੇਟੀਆਂ ਨੇ, ਪਰ ਉਹਨਾਂ ਤੋਂ ਵੱਧ ਕੇ ਇਹ ਬੇਟੀ ਦਾ ਫਰਜ਼ ਨਿਭਾਉਂਦੀ ਆ। ਘਰ ਵਿੱਚ ਪਿਆਰ ਤੇ ਸਦਭਾਵ ਦਾ ਮਾਹੌਲ ਬਣਿਆ ਰਹਿੰਦਾ ਹੈ। ਸਭ ਦਾ ਖਿਆਲ ਰੱਖਦੀ ਹੈ। ਮੇਰੀ ਪਤਨੀ ਬਿਮਾਰ ਰਹਿੰਦੀ ਹੈ, ਕਈ ਸਾਲਾਂ ਤੋਂ ਬਿਸਤਰਾ ਮੱਲਿਆ ਹੈ। ਜੀ ਜਾਨ ਤੋਂ ਉਸ ਦਾ ਧਿਆਨ ਰੱਖਦੀ ਹੈ। ਮਿੰਨੀ ਨਾ ਹੁੰਦੀ ਤਾਂ ਕਦੋਂ ਦਾ ਉਹ ਚਲਾਣਾ ਕਰ ਗਈ ਹੁੰਦੀ। ਉਸ ਦੀਆਂ ਆਪਣੀਆਂ ਧੀਆਂ ਉਸ ਕੋਲ ਉਸ ਦੇ ਕਮਰੇ ਵਿੱਚ ਨਹੀਂ ਜਾਂਦੀਆਂ, ਪਰ ਮਿੰਨੀ ਨੌਕਰਾਣੀ ਨਾਲ ਮਿਲ ਕੇ ਉਸ ਦੇ ਸਰੀਰ ਦੀ ਸਫਾਈ, ਕਮਰੇ ਦੀ ਸਫਾਈ ਤੇ ਦਵਾ ਦਾਰੂ ਦਾ ਪੂਰਾ ਖਿਆਲ ਰੱਖਦੀ ਹੈ। ਇਹ ਫਰਜ਼ ਹੈ ਉਸ ਦਾ ਭਰਾ ਜੀ। ਇਹ ਉਸ ਦੇ ਸੰਸਕਾਰ ਹਨ ਜਿਹੜੇ ਤੁਸੀਂ ਉਸ ਨੂੰ ਦਿੱਤੇ ਹਨ। ਸਾਡੇ ਪੂਰੇ ਭਾਈਚਾਰੇ ਵਿੱਚ, ਰਿਸ਼ਤੇਦਾਰੀ ਵਿੱਚ ਉਹ ਇੱਕ ਮਿਸਾਲ ਹੈ। ਸਭ ਤਰਫੋਂ ਉਸ ਦੀ ਪ੍ਰਸ਼ੰਸਾ ਹੁੰਦੀ ਹੈ ਤੇ ਉਹ ਪ੍ਰਸ਼ੰਸਾ ਦੇ ਯੋਗ ਆ। ਇਸ ਦਾ ਸਾਰਾ ਮਾਣ ਤੁਹਾਨੂੰ ਜਾਂਦਾ ਹੈ। ਅਸੀਂ ਧੰਨ ਹੋ ਗਏ ਹਾਂ ਇਹੋ ਜਿਹੀ ਨੂੰਹ ਪਾ ਕੇ। ਸਾਡੇ ਖਾਨਦਾਨ ਤੇ ਸਾਡੀ ਅਗਲੀ ਪੀੜ੍ਹੀ ਵਾਸਤੇ ਇਹ ਬੇਟੀ ਮਿਸਾਲ ਬਣ ਕੇ ਰਹੇਗੀ। ਭਰਾ ਜੀ, ਤੁਹਾਡਾ ਵੀ ਬਹੁਤ ਧੰਨਵਾਦ ਆ ਕਿ ਤੁਸੀਂ ਸਾਡੀ ਧੀ ਨੂੰ ਇੰਨਾ ਮਾਣ ਤੇ ਸਨਮਾਨ ਦਿੱਤਾ, ਗੁਰਸੇਵਕ ਨੇ ਕਿਹਾ।
ਧੰਨਵਾਦ ਤੇ ਅਸੀਂ ਤੁਹਾਡਾ ਕਰਦੇ ਹਾਂ ਭਰਾ ਜੀ, ਤੁਸੀਂ ਮਹਾਨ ਹੋ। ਵਾਹਿਗੁਰੂ ਦੀ ਮਿਹਰ ਹੈ ਤੇ ਤੁਹਾਡੇ ਵਰਗੇ ਭਰਾਵਾਂ ਦਾ ਆਸ਼ੀਰਵਾਦ ਤੇ ਸ਼ੁਭਕਾਮਨਾਵਾਂ ਨੇ। ਸਰਦਾਰ ਜੀ ਕਹਿ ਕੇ ਆਪਣੇ ਭਾਬੀ ਦੇ ਭਰਾ ਦੇ ਕਮਰੇ ਵਿੱਚ ਚਲੇ ਗਏ। ਭਾਬੀ ਇਕੱਲੀ ਸੀ ਤੇ ਵਾਪਸ ਜਾਣ ਲਈ ਕੱਪੜੇ ਵਗੈਰਾ ਪੈਕ ਕਰ ਰਹੀ ਸੀ। ਉਸਨੇ ਭਾਬੀ ਕੋਲੋਂ ਪੁੱਛਿਆ, ਭਾਬੀ ਜੀ ਸਭ ਠੀਕ ਹੋ ਗਿਆ ਨਾ? ਬਹੁਤ ਸੋਹਣਾ। ਤੁਸੀਂ ਕੀ ਸਮਾਨ ਇਕੱਠਾ ਕਰਨ ਲੱਗੇ ਹੋ? ਵਾਪਸ ਜਾਣਾ ਹੈ? ਘਰੋਂ ਆਇਆਂ ਨੂੰ ਬੜੇ ਦਿਨ ਹੋ ਗਏ ਨੇ। 2 ਦਿਨ ਹੋਰ ਰੁਕ ਜਾਓ। ਜਦੋਂ ਦੇ ਆਏ ਹੋ ਅਸੀਂ ਸਾਰੇ ਕੰਮ ਵਿੱਚ ਹੀ ਰੁੱਝੇ ਰਹੇ ਹਾਂ, ਤੁਹਾਡਾ ਧਿਆਨ ਨਹੀਂ ਰੱਖ ਸਕੇ। ਸਾਡਾ ਆਪਣਾ ਘਰ ਆ, ਫਿਰ ਵੀ ਮਿੰਨੀ ਤੇ ਉਸ ਦੀ ਮਾਂ ਨੇ ਬਹੁਤ ਸੇਵਾ ਕੀਤੀ। ਅਸੀਂ ਬਿਲਕੁਲ ਠੀਕ ਠਾਕ ਰਹੇ ਹਾਂ। ਵੀਰ ਜੀ ਕਿੱਧਰ ਗਏ ਨੇ? ਪਤਾ ਨਹੀਂ, ਕਿਤੇ ਘੁੰਮਣ ਫਿਰਨ ਨਿਕਲ ਗਏ ਹੋਣੇ ਨੇ। ਹੋਰ ਤੂੰ ਸੁਣਾ? ਸਭ ਠੀਕ ਹੈ ਭਾਬੀ ਜੀ। ਆਨੰਦੀ ਦਾ ਸੁਭਾਅ ਕੁਝ ਠੀਕ ਹੋਇਆ? ਬਹੁਤ ਸਮਝਾਇਆ, ਕਈ ਗਲਤ ਫਹਿਮੀਆਂ ਵੀ ਦੂਰ ਕੀਤੀਆਂ ਨੇ। ਕੁਝ ਠੀਕ ਹੋਈ ਆ, ਪਰ ਉਸ ਦਾ ਕੋਈ ਪਤਾ ਨਹੀਂ ਕਦੋਂ ਦਿਮਾਗ ਖਰਾਬ ਹੋ ਜਾਵੇ। ਹੁਣ ਠੀਕ ਲੱਗ ਰਹੀ ਆ, ਬੜੇ ਸੇਵਾ ਭਾਵ ਨਾਲ ਰਹੀ ਹੈ। ਚਲੋ ਈਸ਼ਵਰ ਕਰੇ ਠੀਕ ਰਵੇ। ਹੁਣ ਤੇ ਨੂੰਹ ਵੀ ਘਰ ਆ ਗਈ ਆ, ਠੀਕ ਹੀ ਰਹੇਗੀ। ਪਰ ਇਹ ਦੱਸ, ਇੰਦੂ ਨੂੰ ਹਾਲੇ ਵੀ ਯਾਦ ਕਰਦਾ ਹੈ? ਭਾਬੀ ਨੇ ਪੁੱਛਿਆ। ਭਾਬੀ, ਉਸ ਨੂੰ ਕਿਵੇਂ ਭੁੱਲ ਸਕਦਾ? ਉਹ ਤੇ ਮੇਰੀ ਰੂਹ ਹੈ। ਉਸ ਦਾ ਕੋਈ ਪਤਾ ਲੱਗਿਆ ਕਿੱਥੇ ਹੈ? ਕੋਈ ਪਤਾ ਨਹੀਂ ਲੱਗਿਆ। ਪਤਾ ਨਹੀਂ ਕਿੱਥੇ ਗਾਇਬ ਹੋ ਗਈ। ਫੇਸਬੁੱਕ ਤੇ ਮੈਂ ਸਭ ਵੇਖ ਬੈਠਾ। ਉਸ ਦੇ ਨਾਂ ਦੀਆਂ ਕਾਫੀ ਔਰਤਾਂ ਫੇਸਬੁੱਕ ਤੇ ਨੇ, ਮੇਰੀਆਂ ਫੇਸਬੁੱਕ ਮਿੱਤਰ ਵੀ ਨੇ, ਪਰ ਕਿਸੇ ਦੀ ਸ਼ਕਲ ਜਾਂ ਉਮਰ ਉਸ ਨਾਲ ਮੇਲ ਨਹੀਂ ਖਾਂਦੀ। ਉਹ ਵੀ ਤਾਂ 60 ਸਾਲ ਦੀ ਹੋਵੇਗੀ, ਮੇਰੇ ਹਾਣ ਦੀ ਸੀ। ਹਾਂ ਇਹ ਤੇ ਹੈ, ਸ਼ਾਦੀ ਵਿਆਹ ਕਰ ਲਿਆ ਹੋਣਾ। ਹਾਂ ਹੋ ਸਕਦਾ ਹੈ, ਪਰ ਮੈਨੂੰ ਘੱਟ ਹੀ ਉਮੀਦ ਲੱਗਦੀ ਆ। ਗੁਰਸੇਵਕ, ਬਚਪਨ ਨੂੰ ਕੌਣ ਯਾਦ ਰੱਖਦਾ ਹੈ? ਅੱਗੇ ਸਾਰੀ ਉਮਰ ਪਈ ਹੁੰਦੀ ਆ। ਮੈਂ ਤੇ ਉਸ ਨੂੰ ਯਾਦ ਰੱਖਿਆ ਹੋਇਆ ਹੈ। ਯਾਦ ਤੇ ਉਸਨੇ ਵੀ ਰੱਖਿਆ ਹੋਵੇਗਾ, ਪਰ ਸਮਾਜ ਵਿੱਚ ਰਹਿ ਕੇ ਗ੍ਰਸਤੀ ਤੇ ਚਲਾਉਣੀ ਪੈਂਦੀ ਆ। ਮਾਤਾ ਪਿਤਾ ਦੀ ਆਗਿਆ ਮੰਨਣੀ ਪੈਂਦੀ ਆ। ਤੇ ਤੂੰ ਵੀ ਤੇ ਵਿਆਹ ਕੀਤਾ ਹੈ। ਭਾਵੇਂ ਤੇਰੇ ਅੰਦਰ ਉਹ ਵਸਦੀ ਆ, ਪਰ ਆਨੰਦੀ ਨੂੰ ਤੂੰ ਕਦੀ ਖਬਰ ਨਹੀਂ ਹੋਣ ਦਿੱਤੀ। ਹਾਂ ਭਾਬੀ, ਇਹ ਤੇ ਹੈ। ਉਸਨੇ ਵੀ ਇੰਝ ਹੀ ਤੈਨੂੰ ਆਪਣੀ ਆਤਮਾ ਵਿੱਚ ਵਸਾ ਕੇ ਰੱਖਿਆ ਹੋਣਾ ਹੈ। ਭਾਬੀ ਬੋਲੀ। ਹੋ ਸਕਦਾ ਹੈ, ਪਰ ਰਾਤ ਦਿਨ ਉਹ ਮੇਰੇ ਖਿਆਲ ਵਿੱਚ ਰਹਿੰਦੀ ਆ। ਲੱਖ ਕੋਸ਼ਿਸ਼ ਕਰਨ ਤੇ ਵੀ ਉਸ ਨੂੰ ਆਪਣੇ ਮਨ ਦੀ ਕੋਠੜੀ ਵਿੱਚੋਂ ਕੱਢ ਨਹੀਂ ਸਕਿਆ। ਉਸ ਦੇ ਪੋਟਿਆਂ ਦਾ ਸਪਰਸ਼ ਮੇਰੇ ਪੋਟਿਆਂ ਤੇ ਹਾਲੇ ਵੀ ਜਿੰਦਾ ਹੈ। ਉਸ ਦੇ ਬੁੱਲਾਂ ਦੀ ਨਿੱਘ ਮੈਂ ਬੁੱਲਾਂ ਤੇ ਹਾਲੇ ਵੀ ਮਹਿਸੂਸ ਕਰਦਾ। ਉਹ ਨਿੱਘ ਬਿਲਕੁਲ ਤਾਜ਼ਾ ਹੈ। ਝੱਲਾ ਹੋ ਗਿਆ ਹੈ, ਭਾਬੀ ਨੇ ਕਿਹਾ। ਹਾਂ ਭਾਬੀ, ਠੀਕ ਸ਼ਬਦ ਤੁਸੀਂ ਕਿਹਾ ਹੈ। ਵਾਕਿਆ ਹੀ ਝੱਲਾ ਹਾਂ ਮੈਂ। ਇਹ ਦੀਵਾਨਾਪਨ ਤੇ ਪਾਗਲਪਨ ਹਮੇਸ਼ਾ ਹੀ ਬਣਿਆ ਰਹਿੰਦਾ ਹੈ ਤੇ ਬਣਿਆ ਰਹੇਗਾ। ਗੁਰਸੇਵਕ ਨੇ ਭਾਵੁਕ ਹੋ ਕੇ ਉੱਤਰ ਦਿੱਤਾ। ਉਸ ਦੀਆਂ ਅੱਖਾਂ ਸੱਜਲ ਹੋ ਗਈਆਂ। ਵਾਪਸ ਜਾਣ ਤੋਂ ਪਹਿਲੇ ਵੀਰ ਜੀ ਵੀ ਗੁਰਸੇਵਕ ਨਾਲ ਗੱਲ ਕਰਨਾ ਚਾਹੁੰਦੇ ਸਨ। ਦੋਨੋਂ ਬਾਲਕੋਨੀ ਵਿੱਚ ਬੈਠੇ ਚਾਹ ਪੀ ਰਹੇ ਸਨ। ਵੀਰ ਜੀ ਨੇ ਗੁਰਸੇਵਕ ਨੂੰ ਕਿਹਾ, ਬਾਗ ਜ਼ਮੀਨ ਤੇ ਜਾਇਦਾਦ ਦਾ ਕੁਝ ਨਹੀਂ ਪੁੱਛਿਆ? ਵੀਰ ਜੀ, ਉਹ ਸਾਰੀ ਜ਼ਿੰਮੇਵਾਰੀ ਤੇ ਤੁਹਾਨੂੰ ਸੌਂਪ ਆਇਆ ਹਾਂ। ਮੇਰੇ ਕੋਲੋਂ ਇਹ ਜ਼ਿੰਮੇਵਾਰੀ ਹੁਣ ਸਾਂਭੀ ਨਹੀਂ ਜਾਂਦੀ। ਕੀ ਕਾਰਨ ਹੈ? ਸਭ ਤੋਂ ਵੱਡਾ ਕਾਰਨ ਹੈ ਵੱਧਦੀ ਉਮਰ। ਦੂਸਰੇ ਮੁੰਡੇ ਦੋਨੋਂ ਘਰ ਛੱਡ ਗਏ ਨੇ, ਆਪਣੇ ਆਪਣੇ ਟੱਬਰ ਲੈ ਕੇ। ਜਿੱਥੇ ਨੌਕਰੀ ਆ ਉੱਥੇ ਹੀ ਪਰਿਵਾਰ ਨਾਲ ਰਹਿੰਦੇ ਨੇ। 2-4 ਮਹੀਨੇ ਬਾਅਦ ਮਿਲਣ ਆ ਜਾਂਦੇ ਨੇ, ਜਦੋਂ ਘਰ ਦੇ ਗੱਲੇ ਦੀ ਜਾਂ ਦਾਲਾਂ ਆਦਿ ਦੀ ਲੋੜ ਪੈਂਦੀ ਆ। ਨਹੀਂ ਤੇ ਉਹਨਾਂ ਦੇ ਦਰਸ਼ਨ ਨਹੀਂ ਹੁੰਦੇ। ਕਿਤੇ ਭੁੱਲ ਕੇ 8 ਦਿਨੀ ਫੋਨ ਕਰ ਲੈਂਦੇ ਨੇ ਮੋਬਾਈਲ ਤੇ। ਨਹੀਂ ਤਾਂ ਕੋਈ ਫਿਕਰ ਨਹੀਂ ਉਹਨਾਂ ਨੂੰ। ਤੂੰ ਤੇ ਤਦ ਵੀ ਦੂਜੇ ਤੀਜੇ ਦਿਨ ਸਾਡਾ ਪਤਾ ਕਰ ਲੈਂਦਾ ਹੈ। ਵੀਰ ਜੀ, ਮੇਰਾ ਫਰਜ਼ ਹੈ ਤੁਹਾਡੇ ਦੁੱਖ ਸੁੱਖ ਬਾਰੇ ਜਾਣਨਾ। ਉਹਨਾਂ ਦਾ ਫਰਜ਼ ਨਹੀਂ ਹੈ ਕਿ
ਆਪਣੀ ਆਪਣੀ ਸਮਝ ਹੈ ਵੀਰ ਜੀ। ਤੀਵੀਆਂ ਦੇ ਪਿੱਛੇ ਲੱਗੇ ਰਹਿੰਦੇ ਨੇ, ਉਹਨਾਂ ਦੇ ਆਖੇ ਚੱਲਦੇ ਨੇ। ਵਿਆਹ ਤੋਂ ਬਾਅਦ ਵੀਰ ਜੀ ਬੰਦੇ ਦੇ ਦੋ ਕਿਸ਼ਤੀਆਂ ਵਿੱਚ ਪੈਰ ਹੋ ਜਾਂਦੇ ਨੇ। ਫਿਰ ਉੱਧਰ ਹੀ ਜਾਂਦਾ ਹੈ ਜਿੱਧਰ ਪਲੜਾ ਭਾਰੀ ਹੁੰਦਾ ਹੈ। ਮਾਂ ਪਿਓ ਤੋਂ ਜ਼ਿਆਦਾ ਫਿਕਰ ਬੱਚਿਆਂ ਦੀ ਕਰਦਾ ਹੈ, ਇਸ ਲਈ ਤੁਹਾਨੂੰ ਜ਼ਿਆਦਾ ਚਿੰਤਾ ਨਹੀਂ ਕਰਨੀ ਚਾਹੀਦੀ। ਚਿੰਤਾ ਕਿਉਂ ਨਾ ਹੋਵੇ, ਪਾਲਿਆ ਪੋਸਿਆ ਵੱਡਾ ਕੀਤਾ, ਪੜ੍ਹਾਇਆ ਲਿਖਾਇਆ, ਆਪਣੇ ਪੈਰਾਂ 'ਤੇ ਖੜਾ ਹੋਣ ਜੋਗਾ ਕੀਤਾ, ਫਿਰ ਬੱਚੇ ਮਾਤਾ ਪਿਤਾ ਦੀ ਫਿਕਰ ਹੀ ਨਾ ਕਰਨ ਤਾਂ ਕਿੰਨਾ ਦੁੱਖ ਹੁੰਦਾ ਹੈ। ਵੀਰ ਜੀ ਕਾਫੀ ਗੰਭੀਰ ਸਨ। ਦੁਨੀਆ ਇੰਝ ਹੀ ਚੱਲਦੀ ਹੈ ਵੀਰ ਜੀ। ਜੋ ਇਹ ਕਰ ਰਹੇ ਨੇ, ਇਹਨਾਂ ਦੇ ਬੱਚੇ ਵੀ ਇਸ ਤਰ੍ਹਾਂ ਹੀ ਇਹਨਾਂ ਨਾਲ ਕਰਨਗੇ। ਹੋਰ ਦੱਸੋ, ਹੋਰ ਕੀ ਦੱਸਾਂ। ਖੇਤੀਬਾੜੀ ਦਾ ਕੰਮ ਵੀ ਖਤਮ ਆ। ਕੰਮ ਕਰਨ ਵਾਲੇ ਕੰਮ ਹੀ ਨਹੀਂ ਮਿਲਦੇ। ਜਿਹੜੇ ਕਸ਼ਮੀਰੀ ਜ਼ਮੀਨਾਂ 'ਤੇ ਕੰਮ ਕਰਦੇ ਨੇ ਉਹ ਬਜ਼ੁਰਗ ਹੋ ਗਏ ਨੇ, ਉਹਨਾਂ ਕੋਲੋਂ ਕੰਮ ਨਹੀਂ ਹੁੰਦਾ। ਉਹਨਾਂ ਦੇ ਬੱਚੇ ਪੜ੍ਹ ਲਿਖ ਗਏ ਨੇ, ਸਰਕਾਰੀ ਨੌਕਰੀਆਂ ਲੱਗ ਗਏ ਨੇ, ਅਤੇ ਪਿੰਡਾਂ ਤੋਂ ਬਾਹਰ ਨੇ। ਜਿਹੜੇ ਨੌਕਰੀਆਂ ਨਹੀਂ ਕਰਦੇ ਉਹ ਕੋਈ ਨਾ ਕੋਈ ਛੋਟਾ ਮੋਟਾ ਕਾਰੋਬਾਰ ਕਰਨ ਲੱਗ ਪਏ ਨੇ। ਪੜ੍ਹਿਆਂ ਲਿਖਿਆਂ ਨੂੰ ਸਰਕਾਰ ਬਹੁਤ ਸਹੂਲਤਾਂ ਦੇ ਰਹੀ ਆ, ਇਸ ਲਈ ਖੇਤਾਂ 'ਤੇ ਕੰਮ ਕਰਨ ਵਾਲੇ ਨਹੀਂ ਮਿਲਦੇ। ਗਰਮੀਆਂ ਵਿੱਚ ਬਈਏ ਆ ਜਾਂਦੇ ਨੇ, 4-5 ਮਹੀਨੇ ਠੰਡ ਸ਼ੁਰੂ ਹੁੰਦੀ ਆ ਅਤੇ ਉਹ ਵੀ ਭੱਜ ਜਾਂਦੇ ਨੇ। ਇਸ ਲਈ ਬਹੁਤ ਮੁਸ਼ਕਿਲ ਹੈ ਜ਼ਿਮੀਂਦਾਰੀ। ਪਾਣੀ ਵਾਲੀ ਜ਼ਮੀਨ 'ਤੇ ਥੋੜ੍ਹੀ ਬਹੁਤੀ ਖੇਤੀ ਹੋ ਜਾਂਦੀ ਆ, ਸਾਲ ਜੋਗਾ ਝੋਨਾ ਹੋ ਜਾਂਦਾ ਹੈ ਅਤੇ ਮੇਰੇ ਪੁੱਤਰਾਂ ਦਾ ਹੀ ਮਸਾਂ ਰਾਸ਼ਨ ਚੱਲਦਾ ਹੈ। ਸਾਰੀ ਖੁਸ਼ਕੀ ਜ਼ਮੀਨ ਵਿਹਲੀ ਪਈ ਰਹਿੰਦੀ ਆ। ਬਾਗਾਂ ਵਿੱਚੋਂ ਜੋ ਪੈਸਾ ਆਉਂਦਾ ਹੈ ਘਰ ਦੇ ਖਰਚੇ 'ਤੇ ਖਰਚ ਹੋ ਜਾਂਦਾ ਹੈ। ਬੜੀ ਮੁਸ਼ਕਿਲ ਨਾਲ ਲੱਖ ਰੁਪਈਆ ਬਚਾਇਆ ਸੀ, ਜਿਹੜਾ ਅਰਸ਼ਪ੍ਰੀਤ ਦੇ ਵਿਆਹ ਵਾਸਤੇ ਇਕੱਠਾ ਕੀਤਾ ਸੀ, ਅਤੇ 2 ਲੱਖ ਰਜਨੀ ਦੇ ਵਿਆਹ ਲਈ ਤੈਨੂੰ ਦਿੱਤਾ ਸੀ। ਅੱਗੇ ਤੋਂ ਬਹੁਤ ਮੁਸ਼ਕਿਲ ਆ, ਇਸ ਲਈ ਕੁਝ ਸੋਚਣਾ ਚਾਹੀਦਾ ਹੈ। ਜਿਸ ਜ਼ਮੀਨ 'ਤੇ ਕੰਮ ਨਹੀਂ ਹੋ ਸਕਦਾ ਉਹ ਵੇਚ ਦਿਓ। ਜਦੋਂ ਦੇ ਹਾਲਾਤ ਖਰਾਬ ਹੋਏ ਨੇ ਜ਼ਮੀਨਾਂ ਦਾ ਗਾਹਕ ਹੀ ਨਹੀਂ। ਕਸ਼ਮੀਰੀ ਲੋਕ ਸਰਦਾਰਾਂ ਦੀਆਂ ਜ਼ਮੀਨਾਂ ਦੀ ਕੀਮਤ ਹੀ ਨਹੀਂ ਪਾਉਂਦੇ। ਉਹ ਸਮਝਦੇ ਨੇ ਇੱਕ ਦਿਨ ਇਹਨਾਂ ਨੇ ਕਸ਼ਮੀਰ ਛੱਡ ਕੇ ਚਲੇ ਜਾਣਾ ਹੈ, ਕਿਹੜੀਆਂ ਜ਼ਮੀਨਾਂ ਨਾਲ ਚੁੱਕ ਕੇ ਲੈ ਜਾਣਗੇ, ਸਭ ਕੁਝ ਇੱਥੇ ਹੀ ਛੱਡ ਜਾਣਾ ਹੈ। ਫਿਰ ਇਹਨਾਂ ਦੀਆਂ ਜ਼ਮੀਨਾਂ ਨੂੰ ਕਿਉਂ ਖਰੀਦੀਏ? ਇਹ ਤਾਂ ਬਹੁਤ ਮਾੜੀ ਗੱਲ ਹੈ ਵੀਰ ਜੀ। ਹਾਂ ਵੀਰਾ, ਜਿਹੜੇ ਸਰਦਾਰ ਸਨ ਉਹ ਕਮਦਾਰ ਹੋ ਗਏ ਹਨ। ਫਿਰ ਕੀ ਕਰਾਂਗੇ? ਕੀ ਕਰੋਗੇ? ਬੈਠੇ ਰਵਾਂਗੇ। ਤੇਰੀ ਭਰਜਾਈ ਨਾ ਘਰ ਛੱਡੇ ਨਾ ਜ਼ਮੀਨ ਛੱਡੇ, ਕਹਿੰਦੀ ਕਿ ਗੁਰਸੇਵਕ ਦੀ ਅਮਾਨਤ ਆ। ਨਹੀਂ, ਤੁਸੀਂ ਵੇਚ ਦਿਓ ਸਾਰੀ ਜਾਇਦਾਦ। ਫਿਰ ਅਸੀਂ ਕਿੱਥੇ ਜਾਵਾਂਗੇ? ਤੁਸੀਂ ਮੇਰੇ ਕੋਲ ਆ ਕੇ ਰਹੋਗੇ, ਮੈਂ ਤੁਹਾਡੀ ਸੇਵਾ ਕਰਾਂਗਾ, ਤੁਹਾਡੀ ਦੇਖਭਾਲ ਕਰਾਂਗਾ। ਮੈਂ ਹੀ ਤੁਹਾਡਾ ਵੱਡਾ ਪੁੱਤਰ ਹਾਂ। ਤੁਸੀਂ ਤੇ ਭਾਬੀ ਨੇ ਮੈਨੂੰ ਪਾਲਿਆ, ਤੁਹਾਡੀ ਸੇਵਾ ਕਰਨਾ ਮੇਰਾ ਪਹਿਲਾ ਫਰਜ਼ ਹੈ। ਪਰ ਉੱਥੋਂ ਦੀ 200 ਕਨਾਲ ਵੇਚ ਕੇ ਇੱਥੇ 10 ਕਨਾਲ ਵੀ ਨਹੀਂ ਖਰੀਦੀ ਜਾ ਸਕਦੀ। ਮੁਫਤ ਛੱਡ ਕੇ ਆਉਣ ਤੋਂ ਤਾਂ ਚੰਗਾ ਹੈ। ਗੱਲ ਤਾਂ ਠੀਕ ਹੈ, ਤੁਸੀਂ ਜਾ ਕੇ ਬਸ ਜ਼ਮੀਨ ਵੇਚਣੀ ਲਾ ਦਿਓ। ਆਪਣੀਆਂ ਬੇਟੀਆਂ ਨੂੰ ਜੋ ਹਿੱਸਾ ਦੇਣਾ ਹੋਏਗਾ ਆਪ ਵੇਖ ਲੈਣਾ, ਪਰ ਮੇਰੀ ਭਤੀਜੀ ਦਾ ਵੀ ਖਿਆਲ ਰੱਖ ਲੈਣਾ। ਠੀਕ ਹੈ ਕਹਿ ਕੇ ਵੀਰ ਜੀ ਜਾਣ ਲਈ ਉੱਠ ਪਏ। ਭਾਬੀ ਤਿਆਰ ਬੈਠੀ ਸੀ। ਗੁਰਸੇਵਕ ਉਹਨਾਂ ਨੂੰ ਜੰਮੂ ਵਾਲੀ ਬੱਸ 'ਤੇ ਬਿਠਾ ਆਇਆ। ਕਸ਼ਮੀਰ ਦੇ ਸਮਾਜੀ ਅਤੇ ਸਿਆਸੀ ਹਾਲਾਤ ਕੁਝ 12-15 ਸਾਲਾਂ ਤੋਂ ਬਹੁਤ ਵਿਗੜ ਗਏ ਸਨ। ਵਿਦੇਸ਼ਾਂ ਤੋਂ ਬਹੁਤ ਧਨ ਆ ਰਿਹਾ ਸੀ ਅੱਤਵਾਦ ਅਤੇ ਵੱਖਵਾਦ ਨੂੰ ਉਤਸ਼ਾਹਿਤ ਕਰਨ ਵਾਸਤੇ। ਹਿੰਦੂ ਕੌਮ ਨੂੰ ਨਿਸ਼ਕਾਸ਼ਿਤ ਕਰ ਦਿੱਤਾ ਸੀ। ਕਸ਼ਮੀਰੀ ਪੰਡਤਾਂ ਦੇ ਘਰ-ਬਾਰ ਲੁੱਟ ਲਏ ਗਏ ਸਨ। ਕਈਆਂ ਨੂੰ ਕਤਲ ਕਰ ਦਿੱਤਾ ਸੀ। ਜਿਹੜੇ ਪੰਡਤਾਂ ਦੇ ਆਗੂ ਸਨ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਔਰਤਾਂ ਦੀ ਅਸਮਤ ਲੁੱਟੀ ਗਈ। ਜਦੋਂ ਵੀ ਦੁਨੀਆ ਵਿੱਚ ਕੋਈ ਹਮਲਾਵਰ ਆਉਂਦਾ ਹੈ, ਕੋਈ ਕ੍ਰਾਂਤੀ ਹੁੰਦੀ ਹੈ, ਤਾਂ ਸਭ ਤੋਂ ਪ੍ਰਭਾਵਿਤ ਨਾਰੀ ਹੁੰਦੀ ਹੈ। ਦੁਨੀਆ ਵਿੱਚ ਝਗੜਾ ਹੀ ਜ਼ਮੀਨ ਦਾ ਅਤੇ ਜੋਰੂ ਦਾ ਰਿਹਾ ਹੈ। ਵੱਡੇ ਸਾਮਰਾਜ ਇਸੇ ਜੱਦੋਜਹਿਦ ਵਿੱਚ ਤਬਾਹ ਹੋ ਗਏ ਹਨ। ਇਸੇ ਕਸ਼ਮਕਸ਼ ਵਿੱਚ ਹਿੰਦੂ ਧਰਮ ਦੀ
5000 ਸਾਲ ਪੁਰਾਣੀ ਸੰਸਕ੍ਰਿਤੀ ਨੂੰ ਨੇਸਤ ਨਬੂਦ ਕਰਨ ਦਾ ਯਤਨ ਕੀਤਾ ਗਿਆ। ਮੰਦਰ ਢਾਹ ਦਿੱਤੇ, ਸ਼ਿਵਾਲੇ ਢਾਹ ਦਿੱਤੇ, ਉਹਨਾਂ ਦੇ ਇਤਿਹਾਸਕ ਧਰੋਹਰ ਨਸ਼ਟ ਕਰ ਦਿੱਤੇ। ਕਸ਼ਮੀਰ ਦਾ ਇਤਿਹਾਸ ਹੈ ਕਿ ਕਸ਼ਮੀਰੀ ਹਿੰਦੂ ਉੱਥੋਂ ਦਾ ਮੂਲ ਨਿਵਾਸੀ ਹੈ। ਹਿੰਦੂ ਧਰਮ ਦੇ ਗ੍ਰੰਥ, ਵੇਦ, ਉਪਨਿਸ਼ਦ ਉੱਥੇ ਹੀ ਲਿਖੇ ਗਏ। ਹਿੰਦੂ ਧਰਮ ਦਾ ਭਾਰਤ ਵਿੱਚ ਜਾਂ ਸੰਸਾਰ ਵਿੱਚ ਜੋ ਅੱਜ ਸਰੂਪ ਹੈ ਉਹ ਕਸ਼ਮੀਰੀ ਪੰਡਤਾਂ ਦੀ ਹੀ ਦੇਣ ਹੈ। ਇਸ ਧਰਤੀ ਨੂੰ ਹਜ਼ਰਤ ਈਸਾ, ਮੁਹੰਮਦ ਸਾਹਿਬ ਵਰਗੇ ਪੈਗੰਬਰਾਂ ਦੀ ਛੂਹ ਪ੍ਰਾਪਤ ਹੈ। ਗੁਰੂ ਨਾਨਕ ਦੇਵ ਜੀ, ਗੁਰੂ ਹਰਗੋਬਿੰਦ ਸਾਹਿਬ, ਮੀਰੀ ਪੀਰੀ ਦੇ ਮਾਲਕ ਉਸ ਧਰਤੀ 'ਤੇ ਵਿਚਰੇ ਹਨ। ਉਹਨਾਂ ਦੇ ਬੜੇ ਗੁਰਦੁਆਰੇ ਕਸ਼ਮੀਰ ਵਿੱਚ ਮੌਜੂਦ ਹਨ। ਉਸ ਧਰਤੀ ਨੂੰ ਪੰਡਤਾਂ ਤੋਂ ਮੁਕਤ ਕਰਾਉਣ ਦਾ ਤੀਜਾ ਸੀ ਅੱਤਵਾਦ ਤੇ ਉਗਰਵਾਦ ਦਾ ਫੈਲਣਾ। ਕਸ਼ਮੀਰ ਦੇ ਸਮਾਜ ਵਿੱਚ ਇੱਕ ਬਹੁਤ ਵੱਡਾ ਪਰਿਵਰਤਨ ਆ ਗਿਆ ਸੀ ਅੱਤਵਾਦ ਦੇ ਕਾਰਨ। ਹਿੰਦੂ ਮੁਸਲਮਾਨ ਭਾਈਚਾਰਾ ਖਤਮ ਹੋ ਗਿਆ। ਜਿੱਥੇ ਇੱਕ ਦੂਜੇ ਦੇ ਵਿਆਹ ਸ਼ਾਦੀਆਂ ਤੇ ਜਨਮ ਮਰਨ ਵਿੱਚ ਸ਼ਰੀਕ ਹੁੰਦੇ ਸਨ, ਉਹ ਭਾਈਚਾਰਾ ਖਤਮ ਹੋ ਗਿਆ ਸੀ। ਪਤਾ ਨਹੀਂ ਇਹ ਕਿਹੋ ਜਿਹਾ ਤੂਫਾਨ ਇਸ ਵਤਨ ਵਿੱਚ ਆ ਗਿਆ ਜਿਸ ਨੇ ਵੱਡੇ ਛੋਟੇ, ਔਰਤ ਤੇ ਮਰਦ ਦੇ ਲਈ ਇੱਜ਼ਤ ਤੇ ਤਮੀਜ਼ ਖਤਮ ਕਰ ਦਿੱਤੀ। ਇੱਕ ਦੂਜੇ ਵਾਸਤੇ ਹਮਦਰਦੀ ਖਤਮ ਹੋ ਗਈ। ਸੂਫੀਆਂ ਤੇ ਦਰਵੇਸ਼ਾਂ ਦੀ ਧਰਤੀ ਸੜਦੀ ਜਾਪਣ ਲੱਗ ਪਈ। ਕਿਸੇ ਦੀ ਕੋਈ ਸੁਰੱਖਿਆ ਨਹੀਂ ਰਹੀ। ਮਾਵਾਂ ਨੂੰ ਆਸ ਨਹੀਂ ਰਹੀ ਕਿ ਉਹਨਾਂ ਦਾ ਪੁੱਤਰ ਜਿਗਰ ਦਾ ਟੋਟਾ ਘਰ ਪਰਤੇਗਾ, ਕਿ ਸ਼ਾਮ ਨੂੰ ਆਪਣੇ ਪੁੱਤਰ ਨੂੰ ਸੀਨੇ ਨਾਲ ਲਾ ਕੇ ਪਿਆਰ ਕਰੇਗੀ। ਆਤੰਕਵਾਦੀ ਤੇ ਮਰਦੇ ਹੀ ਸਨ, ਪਰ ਨਿਰਦੋਸ਼ਾਂ ਦੀ ਜਾਨ ਵੀ ਚਲੀ ਜਾਂਦੀ ਸੀ। ਗੋਲੀ ਕਿਸੇ ਦੀ ਪਛਾਣ ਨਹੀਂ ਕਰਦੀ, ਕਿਸੇ ਤੇ ਤਰਸ ਨਹੀਂ ਖਾਂਦੀ, ਦੋਸ਼ੀ ਤੇ ਨਿਰਦੋਸ਼ ਦਾ ਫਰਕ ਨਹੀਂ ਕਰਦੀ। ਕਸ਼ਮੀਰੀ ਪੰਡਤਾਂ ਦੇ ਵਿਸਥਾਪਨ ਤੇ ਹੀ ਨਹੀਂ ਗੱਲ ਮੁੱਕੀ। ਸਾਰੇ ਕਸ਼ਮੀਰੀਆਂ ਦੀ ਸਮੱਸਿਆ ਵੱਧ ਗਈ ਸੀ। ਵਿਦੇਸ਼ਾਂ ਤੋਂ ਖੁੱਲ੍ਹਾ ਪੈਸਾ ਆਉਣ ਲੱਗ ਪਿਆ ਇਸ ਮੁਹਿੰਮ ਨੂੰ ਜਾਰੀ ਰੱਖਣ ਵਾਸਤੇ। ਹਰ ਦਿਨ ਬੰਦ, ਹੜਤਾਲਾਂ, ਜਲਸੇ, ਜਲੂਸ ਤੇ ਹਿੰਦੁਸਤਾਨ ਦੇ ਖਿਲਾਫ ਭੜਕਾਊ ਬਿਆਨ। ਹਰ ਰੋਜ਼ ਲਾਠੀਚਾਰਜ, ਅੱਥਰੂ ਗੈਸ, ਪੱਥਰਬਾਜ਼ੀ ਤੇ ਗੋਲੀਬਾਰੀ ਇਹੋ ਹੀ ਕਸ਼ਮੀਰੀਆਂ ਦੀ ਕਿਸਮਤ ਬਣ ਗਈ ਸੀ। ਪੂਰੀ ਵਾਦੀ ਫੌਜੀ ਛਾਉਣੀ ਬਣ ਗਈ ਸੀ। ਹਰ ਪਾਸੇ ਫੌਜ, CRF ਤੇ ਪੁਲਿਸ ਇਹੋ ਜਿਹੇ ਡਰ ਤੇ ਭੈ ਦੇ ਹਾਲਾਤਾਂ ਵਿੱਚ ਜੀਵਨ ਬਸਰ ਹੋ ਰਿਹਾ ਸੀ। ਸਕੂਲਾਂ ਨੂੰ ਅੱਗ ਲਾ ਕੇ ਫੂਕ ਦਿੱਤਾ ਸੀ। ਬੱਚਿਆਂ ਦੀ ਪੜ੍ਹਾਈ ਜਿਹੜੀ ਬੰਦ ਹੋ ਗਈ। ਜਿਹੜੇ ਪੈਸੇ ਵਾਲੇ ਤੇ ਰਸੂਖ ਵਾਲੇ ਸਨ, ਉਹਨਾਂ ਦੇ ਬੱਚੇ ਭਾਰਤ ਦੀਆਂ ਹੋਰ ਰਿਆਸਤਾਂ ਵਿੱਚ ਜਾਂ ਵਿਦੇਸ਼ਾਂ ਵਿੱਚ ਪੜ੍ਹਦੇ। ਜਿਹੜੇ ਇਸ ਵੱਖਵਾਦ ਨੂੰ ਚਲਾ ਰਹੇ ਸਨ, ਉਹ ਭਾਰਤ ਦੇ ਪਾਸਪੋਰਟ 'ਤੇ ਦੁਨੀਆ ਘੁੰਮਦੇ, ਕਸ਼ਮੀਰ ਨੂੰ ਭਾਰਤ ਤੋਂ ਵੱਖ ਕਰਨ ਦਾ ਪ੍ਰੋਪੇਗੰਡਾ ਕਰਦੇ। ਇਸ ਦੇਸ਼ ਦਾ ਨਮਕ ਖਾਂਦੇ, ਸਾਰੀਆਂ ਸਹੂਲਤਾਂ ਹਾਸਲ ਕਰਦੇ ਤੇ ਵਿਦੇਸ਼ਾਂ ਵਿੱਚ ਜਾ ਕੇ ਦੇਸ਼ ਨੂੰ ਬਦਨਾਮ ਕਰਦੇ। ਕਸ਼ਮੀਰੀਆਂ ਦੀ ਬੇਵੱਸੀ ਦਾ ਢੰਡੋਰਾ ਪਿੱਟਦੇ ਤੇ ਧਨ ਦੌਲਤ ਇਕੱਠਾ ਕਰਕੇ ਲਿਆਉਂਦੇ ਆਪਣੀਆਂ ਜਾਇਦਾਦਾਂ ਬਣਾਉਣ ਵਾਸਤੇ। ਇਸ ਤਰ੍ਹਾਂ ਕਸ਼ਮੀਰੀਆਂ ਦੀ ਕਿਸਮਤ ਦਾ ਫੈਸਲਾ ਕਰਦੇ ਤੇ ਕਸ਼ਮੀਰੀਆਂ ਨੂੰ ਅਨਿਸ਼ਚਿਤਤਾ ਦੀ ਹਨੇਰੀ ਗਲੀ ਵਿੱਚ ਧੱਕ ਦਿੱਤਾ ਗਿਆ। ਸਵਰਗ ਵਰਗੀ ਧਰਤੀ ਨੂੰ ਨਰਕ ਬਣਾ ਦਿੱਤਾ ਤੇ ਜੇਹਲਮ ਦੇ ਪਾਣੀ ਨੂੰ ਰੰਗ ਦਿੱਤਾ ਹਜ਼ਾਰਾਂ ਜਵਾਨਾਂ ਦੇ ਖੂਨ ਨਾਲ। ਨਵਾਂ ਵਿਆਹਿਆ ਜੋੜਾ ਵੀ ਕਿਤੇ ਹਨੀਮੂਨ ਮਨਾਉਣ ਚਲਾ ਗਿਆ। 5-7 ਦਿਨਾਂ ਦੀ ਚਹਿਲ ਪਹਿਲ ਤੋਂ ਬਾਅਦ ਘਰ ਖਾਲੀ ਹੋ ਗਿਆ। ਸਿਰਫ ਗੁਰਸੇਵਕ ਤੇ ਆਨੰਦੀ ਹੀ ਰਹਿ ਗਏ। ਬੜੀ ਥਕਾਵਟ ਤੋਂ ਬਾਅਦ ਆਰਾਮ ਕਰਨ ਲਈ ਵੇਲ ਮਿਲੀ। ਸ਼ਾਮ ਨੂੰ ਦੋਨੋਂ ਕਮਰੇ ਵਿੱਚ ਬੈਠੇ ਸਨ ਤਾਂ ਆਨੰਦੀ ਨੇ ਗੱਲ ਛੇੜੀ। ਤੁਸੀਂ ਇੱਕ ਗੱਲ ਨੋਟ ਕੀਤੀ ਕਿ ਦੀਪਤੀ ਨੇ ਨਾ ਤੁਹਾਡੇ ਪੈਰੀ ਹੱਥ ਲਾਇਆ ਨਾ ਮੇਰੇ ਪੈਰੀ। ਕਿਸੇ ਨੇ ਸਿਖਾਇਆ ਨਹੀਂ ਹੋਣਾ, ਗੁਰਸੇਵਕ ਨੇ ਕਿਹਾ। ਵੇਖ ਵੇਖ ਕੇ ਸਭ ਸਿੱਖ ਜਾਂਦੇ ਨੇ, ਇਸ ਦੇ ਵਿੱਚ ਸਿਖਾਉਣ ਵਾਲੀ ਕਿਹੜੀ ਗੱਲ ਹੈ? ਆਨੰਦ ਕੌਰੇ, ਜਿਨ੍ਹਾਂ ਘਰਾਂ ਵਿੱਚ ਦੌਲਤ ਦਾ ਮੀਂਹ ਵਸਦਾ ਹੈ, ਉਹਨਾਂ ਘਰਾਂ ਵਿੱਚ
ਸੰਸਕਾਰ ਨਹੀਂ ਸਿਖਾਏ ਜਾਂਦੇ। ਇਸ ਗੱਲ ਦਾ ਤਾਂ ਤੁਹਾਨੂੰ ਪਤਾ ਹੀ ਸੀ ਨਾ, ਫਿਰ ਕੀ ਕੀਤਾ ਜੇ? ਵੇਖ ਕੀ ਹੁੰਦਾ ਹੈ, ਘਰ ਵਿੱਚ ਕੋਈ ਬਜ਼ੁਰਗ ਨਹੀਂ ਹੁੰਦਾ, ਸੰਸਕਾਰ ਕੌਣ ਸਿਖਾਏ? ਬੱਚੇ ਪੈਦਾ ਹੁੰਦੇ ਹੀ ਆਇਆ ਦੇ ਸਪੁੱਤ ਹੋ ਜਾਂਦੇ ਨੇ, ਉਹੀ ਪਾਲਦੀ ਪੋਸਦੀ ਹੈ ਤੇ ਉਸ ਦੇ ਹੀ ਸੰਸਕਾਰ ਬੱਚੇ ਸਿੱਖਦੇ ਨੇ। ਮਾਵਾਂ ਨੂੰ ਪਾਰਟੀਆਂ ਤੋਂ ਮਿਲਣ ਜੁਲਣ ਤੋਂ ਵੇਲ ਨਹੀਂ ਮਿਲਦੀ, ਬੱਚੇ ਨੂੰ ਆਪਣਾ ਦੁੱਧ ਵੀ ਨਹੀਂ ਪਿਆਉਂਦੀਆਂ ਤਾਂ ਕਿ ਉਹਨਾਂ ਦੀ ਫਿਕਰ ਨਾ ਖਰਾਬ ਹੋ ਜਾਏ, ਸਮਾਜ ਵਿੱਚ ਆਦਰ ਨਾ ਘਟ ਜਾਏ। ਇਸੇ ਕਰਕੇ ਬੱਚਿਆਂ ਦਾ ਖਿਆਲ ਨਹੀਂ ਰੱਖਿਆ ਜਾਂਦਾ। ਪਿਤਾ ਤਿਆਰ ਹੋ ਕੇ ਦਿਨੇ ਕਾਰੋਬਾਰ ਜਾਂ ਦਫ਼ਤਰ ਵਿੱਚ ਰੁੱਝ ਜਾਂਦਾ ਹੈ, ਦੌਲਤ ਕਮਾਉਂਦਾ ਹੈ, ਉਸ ਨੂੰ ਬੀਵੀ ਬੱਚੇ ਦਾ ਖਿਆਲ ਹੀ ਨਹੀਂ ਰਹਿੰਦਾ। ਨਾ ਕਦੀ ਬੀਵੀ ਕੋਲੋਂ ਬੱਚਿਆਂ ਦਾ ਪੁੱਛਦਾ ਹੈ, ਨਾ ਉਸ ਦੀ ਚਿੰਤਾ ਹੁੰਦੀ ਹੈ। ਰਾਤ ਨੂੰ ਜਦੋਂ ਘਰ ਆਉਂਦਾ ਹੈ, ਬੱਚੇ ਸੁੱਤੇ ਪਏ ਹੁੰਦੇ ਨੇ, ਜਦੋਂ ਸਵੇਰੇ ਜਾਗਦਾ ਹੈ, ਬੱਚੇ ਸਕੂਲ ਗਏ ਹੁੰਦੇ ਨੇ। ਐਤਵਾਰ ਨੂੰ 12 ਵਜੇ ਜਾਗਦੇ ਨੇ, ਕੋਈ ਨਾ ਕੋਈ ਘਰ ਵਿੱਚ ਪਾਰਟੀ ਹੁੰਦੀ ਹੈ। ਕਿੱਥੇ ਵੇਲ ਮਿਲਦੀ ਹੈ ਬੱਚਿਆਂ ਨਾਲ ਸਮਾਂ ਬਿਤਾਉਣ ਦੀ ਤੇ ਉਹਨਾਂ ਨੂੰ ਜੀਵਨ ਦੇ ਰੀਤੀ ਰਿਵਾਜ ਦੱਸਣ ਤੇ ਸੰਸਕਾਰ ਦੇਣ ਦੀ। ਉਹ ਤੇ ਠੀਕ ਆ, ਮਾਂ ਪਿਓ ਦੇ ਘਰ ਸਭ ਚੱਲ ਜਾਂਦਾ ਹੈ, ਪਰ ਸਹੁਰੇ ਘਰ ਆ ਕੇ ਰੀਤੀ ਰਿਵਾਜ ਅਪਣਾਉਣੇ ਚਾਹੀਦੇ ਨੇ। ਸੱਸ ਸਹੁਰੇ ਦੀ ਸੇਵਾ ਕਰਨੀ ਤੇ ਹਰ ਲੜਕੀ ਸਮਝਦੀ ਆ। ਕੋਈ ਗੱਲ ਨਹੀਂ, ਹੌਲੀ ਹੌਲੀ ਸਮਝ ਜਾਏਗੀ। ਅਰਸ਼ਪ੍ਰੀਤ ਸਭ ਸਮਝਾ ਦੇਵੇਗਾ। ਸਾਨੂੰ ਵੀ ਜ਼ਿਆਦਾ ਟੀਕਾ ਟਿੱਪਣੀ ਨਹੀਂ ਕਰਨੀ ਚਾਹੀਦੀ। ਜਦੋਂ ਆਪਣੀ ਜ਼ਿੰਮੇਵਾਰੀ ਸਮਝੇਗੀ ਆਪੇ ਠੀਕ ਹੋ ਜਾਏਗੀ। ਤੂੰ ਚੱਲ ਕੇ ਗਰਮਾ ਗਰਮ ਚਾਹ ਦਾ ਕੱਪ ਬਣਾ ਕੇ ਲਿਆ। ਗੁਰਸੇਵਕ ਸਿੰਘ ਨੇ ਗੱਲਬਾਤ ਤੇ ਵਿਸ਼ਰਾਮ ਲਗਾਇਆ ਤੇ ਸੋਚਣ ਲੱਗ ਪਿਆ, ਪਤਾ ਨਹੀਂ ਨੂੰਹ ਸੱਸ ਦੀ ਬਣੇਗੀ ਵੀ ਕਿ ਨਹੀਂ। ਚਾਹ ਬਣਾ ਕੇ ਆਨੰਦੀ ਲਿਆਈ, ਚਾਹ ਦਾ ਕੱਪ ਫੜਾਉਂਦੇ ਫਿਰ ਬੋਲੀ, ਇੱਕ ਗੱਲ ਆ ਸਰਦਾਰ ਜੀ, ਮਹਿਰਾ ਸਾਹਿਬ ਨੇ ਧੀ ਨੂੰ ਦਾਜ ਬਹੁਤ ਦਿੱਤਾ ਹੈ, ਹਰ ਇੱਕ ਚੀਜ਼ ਦਿੱਤੀ ਹੈ, ਪਰ ਸਾਡੇ ਘਰ ਵਿੱਚ ਵੀ ਕਿਸ ਚੀਜ਼ ਦੀ ਥੋੜ ਸੀ? ਇੰਨਾ ਸਮਾਨ ਤੇ ਥਾਂ ਹੀ ਮੱਲੇਗਾ। ਉੱਪਰਲਾ ਸਾਰਾ ਹਿੱਸਾ ਸਮਾਨ ਨਾਲ ਹੀ ਭਰ ਗਿਆ। ਮੈਂ ਮਹਿਰਾ ਸਾਹਿਬ ਨੂੰ ਬਥੇਰਾ ਮਨਾ ਵੀ ਕੀਤਾ ਸੀ ਕਿ ਬੇਟੀ ਦੇ ਜ਼ਰੂਰਤ ਦੀਆਂ ਹੀ ਚੀਜ਼ਾਂ ਭੇਜਣਾ, ਪਰ ਉਹਨਾਂ ਨੇ ਤੇ ਹੱਦ ਹੀ ਕਰ ਦਿੱਤੀ। ਠੀਕ ਹੈ, ਜੋ ਚੀਜ਼ ਉਸ ਨੂੰ ਚਾਹੀਦੀ ਹੋਵੇਗੀ ਆਪੇ ਵਰਤ ਲਵੇਗੀ। ਠੀਕ ਹੈ, ਹੁਣ ਥੋੜਾ ਆਰਾਮ ਕਰ ਲਈਏ, ਗੁਰਸੇਵਕ ਨੇ ਫਿਰ ਕਿਹਾ। ਕਹਿ ਕੇ ਸਰਦਾਰ ਜੀ ਲੇਟ ਗਏ ਤੇ ਅੱਖ ਲੱਗ ਗਈ। ਇੱਕ ਹਫ਼ਤੇ ਦਾ ਹਨੀਮੂਨ ਮਨਾ ਕੇ ਦੀਪਤੀ ਤੇ ਅਰਸ਼ਪ੍ਰੀਤ ਆਏ। ਕੱਪੜੇ ਆਦਿ ਸਾਂਭ ਕੇ ਚਾਹ ਪਾਣੀ ਪੀਤਾ ਤੇ ਨਾਲ ਹੀ ਦੀਪਤੀ ਨੇ ਅਰਸ਼ ਨੂੰ ਕਿਹਾ, ਮੈਂ ਮੰਮੀ ਪਾਪਾ ਨੂੰ ਮਿਲਣ ਜਾਣਾ ਹੈ, ਤੁਸੀਂ ਨਾਲ ਚੱਲਦੇ ਹੋ ਤਾਂ ਠੀਕ ਹੈ, ਨਹੀਂ ਤੇ ਮੈਂ ਆਪਣੀ ਕਾਰ ਵਿੱਚ ਆਪੇ ਹੀ ਚਲੀ ਜਾਂਦੀ ਹਾਂ। ਜਿਵੇਂ ਤੂੰ ਠੀਕ ਸਮਝੇ, ਹੌਲੀ ਜਿਹੀ ਅਰਸ਼ ਨੇ ਜਵਾਬ ਦਿੱਤਾ। ਪਰ ਮੈਂ ਸਮਝਦੀ ਹਾਂ ਕਿ ਤੁਹਾਡਾ ਨਾਲ ਜਾਣਾ ਠੀਕ ਰਹੇਗਾ, ਪਹਿਲੀ ਵਾਰ ਜਾ ਰਹੀ ਹਾਂ। ਠੀਕ ਹੈ, ਤਿਆਰ ਹੋ ਜਾ। ਤੇ ਫਿਰ ਜਾਣ ਲੱਗਿਆ ਅਰਸ਼ ਨੇ ਕਿਹਾ, ਰਾਤ ਤੱਕ ਆ ਜਾਵਾਂਗੇ ਡੈਡੀ ਜੀ। ਕੋਈ ਗੱਲ ਨਹੀਂ ਬੇਟਾ, ਹੋ ਆਓ। ਦੀਪਤੀ ਮੰਮੀ ਪਾਪਾ ਨੂੰ ਮਿਲ ਆਏਗੀ ਤੇ ਉਹ ਨਿਕਲ ਗਏ। ਉਹਨਾਂ ਦੇ ਜਾਣ ਪਿੱਛੋਂ ਆਨੰਦੀ ਨੇ ਕਿਹਾ, ਇਸ ਕੁੜੀ ਦਾ ਜਾਪਦਾ ਇੱਥੇ ਦਿਲ ਨਹੀਂ ਲੱਗਦਾ, ਸਵੇਰੇ ਵੀ ਤਾਂ ਮੰਮੀ ਨੂੰ ਮਿਲਣ ਜਾ ਸਕਦੀ ਸੀ। ਵੀ ਇੱਕ ਹਫ਼ਤੇ ਤੋਂ ਬਾਅਦ ਬਾਹਰੋਂ ਆਏ ਨੇ, ਮੰਮੀ ਪਾਪਾ ਨੂੰ ਮਿਲਣ ਦਾ ਮਨ ਤੇ ਕਰਦਾ ਹੀ ਹੋਵੇਗਾ ਵਿਚਾਰੀ ਦਾ, ਰਾਤ ਨੂੰ ਆ ਜਾਣਗੇ, ਇਸ ਵਿੱਚ ਕੀ ਪਰੇਸ਼ਾਨੀ ਆ। ਅੱਜ ਵੀ ਉਸਨੇ ਪੈਰੀ ਪੈਣਾ ਨਹੀਂ ਕੀਤਾ। ਕੋਈ ਗੱਲ ਨਹੀਂ, ਤੇਰੀ ਇੱਜ਼ਤ ਘਟ ਗਈ ਹੈ ਕੀ? ਨਹੀਂ ਸਰਦਾਰ ਜੀ, ਪਰ ਕੋਈ ਤਰੀਕਾ ਵੀ ਤੇ ਹੋਣਾ ਚਾਹੀਦਾ। ਕੋਈ ਗੱਲ ਨਹੀਂ, ਆਪੇ ਸਮਝ ਆਏਗੀ। ਅਗਰ ਪੈਰੀ ਪੈਣਾ ਨਹੀਂ ਕਰਦੀ ਤੇ ਕੀ ਉਹ ਸਾਡੀ ਨੂੰਹ ਨਹੀਂ ਰਹੇਗੀ? ਇਹਨਾਂ ਛੋਟੀਆਂ ਮੋਟੀਆਂ ਗੱਲਾਂ ਨੂੰ ਨਜ਼ਰ ਅੰਦਾਜ਼ ਕਰ ਦੇਣਾ ਚਾਹੀਦਾ। ਹਰ ਇੱਕ ਦੀ ਆਪਣੀ ਆਪਣੀ ਸੋਚ ਤੇ ਸਮਝ ਆ, ਆਪਣਾ ਦਿਲ ਵੱਡਾ ਰੱਖਣਾ ਚਾਹੀਦਾ ਹੈ। ਚੱਲ ਅਸੀਂ ਵੀ ਅੱਜ ਕਿਤੇ ਘੁੰਮਣ ਫਿਰਨ ਚਲੇ ਜਾਂਦੇ ਹਾਂ, ਬਾਹਰ ਹੀ ਖਾਣਾ ਖਾਵਾਂਗੇ, ਥੋੜ੍ਹੀ ਤਬਦੀਲੀ ਹੋ ਜਾਵੇਗੀ, ਤੇਰਾ ਮਨ ਵੀ ਥੋੜ੍ਹਾ ਬਦਲ ਜਾਏਗਾ। ਠੀਕ ਹੈ, ਮੈਸ ਚੱਲੀਏ? ਨਹੀਂ, ਮੈਂ ਮੈਸ ਨਹੀਂ ਜਾਣਾ, ਉੱਥੇ ਫਿਰ ਉਹੀ ਕੰਜਰਖਾਨਾ, ਕਿਤੇ ਹੋਰ ਚੱਲਦੇ। ਫਿਰ ਸ਼ਾਮ ਨੂੰ ਕਿਤੇ ਬਾਹਰ ਨਿਕਲ ਗਏ। ਵਿਆਹ ਦੇ 1 ਸਾਲ ਬਾਅਦ ਅਰਸ਼ਪ੍ਰੀਤ ਤੇ ਦੀਪਤੀ ਦੇ ਘਰ ਇੱਕ ਬੇਟਾ ਪੈਦਾ ਹੋਇਆ। ਸਰਦਾਰ ਜੀ ਦੀ ਪ੍ਰਸੰਨਤਾ ਹੱਦਾਂ ਪਾਰ ਕਰ ਗਈ। ਮਨ ਦੇ ਵਿਹੜੇ ਵਿੱਚ ਅਨੇਕਾਂ ਫੁੱਲ ਖਿੜ ਗਏ।
ਕਈਆਂ ਉਮੀਦਾਂ ਨੂੰ ਪਰ ਲੱਗ ਗਏ। ਬੱਚੇ ਦੇ ਪੈਦਾ ਹੋਣ ਦੇ ਰੋਣ ਦੀ ਆਵਾਜ਼ ਉਹਨਾਂ ਦੀ ਆਤਮਾ ਅੰਦਰ ਤਰੰਗਾਂ ਪੈਦਾ ਕਰ ਗਈ। ਬੱਚੇ ਨੂੰ ਵੇਖਣ ਵਾਸਤੇ ਅੰਦਰ ਗਏ। ਡਾਕਟਰ ਨੇ ਬੱਚਾ ਵਿਖਾਇਆ। ਪਹਿਲੀ ਅੰਮ੍ਰਿਤ ਦੀ ਬੂੰਦ ਉਹਨਾਂ ਨੇ ਆਪ ਬੱਚੇ ਦੇ ਮੂੰਹ ਵਿੱਚ ਪਾਈ ਤੇ ਗਦਗਦ ਹੋ ਗਏ। ਖੁਸ਼ੀ ਨਾਲ ਉਹਨਾਂ ਦੀਆਂ ਅੱਖਾਂ ਗਿੱਲੀਆਂ ਹੋ ਗਈਆਂ। ਬਾਹਰ ਆ ਕੇ ਕਿੰਨੀ ਦੇਰ ਬੈਠੇ ਰਹੇ, ਜਦ ਤੱਕ ਬੱਚਾ ਤੇ ਜੱਚਾ ਨੂੰ ਉਹਨਾਂ ਦੇ ਕਮਰੇ ਵਿੱਚ ਨਹੀਂ ਲੈ ਗਏ। ਉਹਨਾਂ ਦੇ ਨਾਲ ਬੈਠੀ ਆਨੰਦੀ ਵੀ ਬਹੁਤ ਖੁਸ਼ ਸੀ। ਆਪਣੇ ਪਤੀ, ਪੁੱਤਰ ਤੇ ਨੂੰਹ ਨੂੰ ਵਧਾਈਆਂ ਦਿੱਤੀਆਂ ਤੇ ਦੀਪਤੀ ਦੇ ਮੱਥੇ ਨੂੰ ਚੁੰਮਿਆ, ਜਿਸ ਨੇ ਉਹਨਾਂ ਦੇ ਵਾਰਸ ਨੂੰ ਜਨਮ ਦਿੱਤਾ ਸੀ। ਹਸਪਤਾਲ ਵਿੱਚ 2 ਦਿਨ ਬਿਤਾ ਕੇ ਮੇਹਰਾ ਸਾਹਿਬ ਦੀਪਤੀ ਬੇਟੀ ਨੂੰ ਘਰ ਲੈ ਗਏ। ਬੱਚੇ ਨੂੰ ਵੇਖਣ ਲਈ ਬੇਚੈਨ ਸਰਦਾਰ ਜੀ ਉਹਨਾਂ ਦੇ ਘਰ ਗਏ। ਦੀਪਤੀ ਦੀ ਮਾਂ ਨੇ ਬੱਚੇ ਨੂੰ ਉਹਨਾਂ ਦੀ ਝੋਲੀ ਵਿੱਚ ਪਾਇਆ। 2 ਦਿਨ ਦਾ ਬੱਚਾ ਦਾਦੂ ਵੱਲ ਝਾਕਦਾ ਰਿਹਾ। ਜਿੰਨੇ ਦਿਨ ਦੀਪਤੀ ਪੇਕਿਆਂ ਦੇ ਘਰ ਰਹੀ, ਸਰਦਾਰ ਜੀ ਬੱਚੇ ਨੂੰ ਵੇਖਣ ਰੋਜ਼ ਚਲੇ ਜਾਂਦੇ, ਬਹਾਨਾ ਲਾ ਕੇ। ਘੰਟਾ 2 ਘੰਟੇ ਬੱਚੇ ਨੂੰ ਗੋਦੀ ਵਿੱਚ ਲੈ ਕੇ ਬੈਠੇ ਰਹਿੰਦੇ। ਫਿਰ ਜਿਸ ਦਿਨ ਦੀਪਤੀ ਬੱਚੇ ਨੂੰ ਲੈ ਕੇ ਘਰ ਆਈ ਤਾਂ ਸਰਦਾਰ ਜੀ ਬੱਚੇ ਦੇ ਹੋ ਕੇ ਰਹਿ ਗਏ। ਹਮੇਸ਼ਾ ਬੱਚੇ ਨੂੰ ਗੋਦ ਵਿੱਚ ਲਈ ਬੈਠਦੇ, ਸਿਰਫ ਮਾਂ ਕੋਲ ਦੁੱਧ ਪੀਣ ਹੀ ਭੇਜਦੇ। ਉਹਨਾਂ ਵਾਸਤੇ ਅਨਮੋਲ ਖਜ਼ਾਨਾ ਸੀ ਉਹ ਬੱਚਾ। ਕਿੰਨੀ ਕਿੰਨੀ ਦੇਰ ਉਸ ਨਾਲ ਗੱਲਾਂ ਕਰਦੇ ਰਹਿੰਦੇ, ਉਸ ਦੇ ਕੱਪੜੇ ਬਦਲਦੇ, ਮਾਲਿਸ਼ ਕਰਦੇ ਤੇ ਆਪਣੇ ਕੋਲ ਹੀ ਸਵਾਉਂਦੇ। ਕਦੇ ਦੀਪਤੀ ਬੱਚੇ ਨੂੰ ਲੈ ਕੇ 1-2 ਦਿਨ ਆਪਣੀ ਮੰਮੀ ਨੂੰ ਮਿਲਣ ਜਾਂਦੀ ਤੇ ਪਰੇਸ਼ਾਨ ਹੋ ਜਾਂਦੇ। ਇੱਕ ਪਲ ਕੱਢਣਾ ਔਖਾ ਹੋ ਜਾਂਦਾ। ਆਨੰਦੀ ਨੂੰ ਵਾਰ-ਵਾਰ ਫੋਨ ਕਰਨ ਲਈ ਕਹਿੰਦੇ, ਬੱਚੇ ਦਾ ਹਾਲ ਚਾਲ ਪੁੱਛਦੇ ਰਹਿੰਦੇ। ਆਨੰਦੀ, ਪੁੱਛ ਵਾਪਸ ਕਦੋਂ ਆਉਣਾ ਹੈ? ਉਹ ਖਿੱਚ ਕੇ ਕਹਿੰਦੀ, ਹਾਲੇ ਅੱਜ ਤਾਂ ਹੀ ਗਈ ਆ, 1-2 ਦਿਨ ਤੇ ਰਹਿ ਕੇ ਆਵੇਗੀ। ਤੁਸੀਂ ਵੀ ਬੱਚੇ ਵਾਂਗ ਬੱਚੇ ਬਣ ਜਾਂਦੇ ਹੋ। 2 ਦਿਨ ਉਸ ਤੋਂ ਵੱਖ ਰਹਿਣਾ ਵੀ ਸਿੱਖੋ। ਠੀਕ ਹੈ ਕਹਿ ਕੇ ਕੋਈ ਪੁਸਤਕ ਪੜ੍ਹਨ ਬੈਠ ਜਾਂਦੇ। ਦੂਜੇ ਦਿਨ ਸਵੇਰੇ ਚਾਹ ਪੀਣ ਲੱਗਿਆਂ ਪੁੱਛਦੇ, ਅੱਜ ਆ ਜਾਣਗੇ ਨਾ? ਕਹਿ ਕੇ ਤੇ ਇਹੋ ਗਈ ਆ, ਫੋਨ ਕਰਕੇ ਪੁੱਛ ਲੈਣਾ। ਮੈਂ ਨਹੀਂ ਫੋਨ ਕਰਦੀ, ਆਪੇ ਕਰ ਲੈਣਾ। ਤੁਹਾਡੇ ਕੋਲੋਂ ਇੰਨਾ ਵੀ ਬਰਦਾਸ਼ਤ ਨਹੀਂ ਹੁੰਦਾ। ਬੱਚਾ ਗਿਆ ਏ, ਆ ਜਾਵੇਗਾ, ਅੱਜ ਨਹੀਂ ਤੇ ਕੱਲ। ਕੀ ਕਰਾਂ ਯਾਰ, ਮੇਰੀ ਜਾਨ ਹੈ, ਜਾਨ ਤੋਂ ਬਿਨਾਂ ਕਿਵੇਂ ਰਹਿ ਸਕਦਾ ਹਾਂ? 24 ਘੰਟੇ ਬੱਚੇ ਵਿੱਚ ਹੀ ਧਿਆਨ ਨਾ ਲਾਈ ਰੱਖਿਆ ਕਰੋ, ਕੁਝ ਹੋਰ ਵੀ ਕਰ ਲਿਆ ਕਰੋ। ਉਸ ਨੂੰ 2 ਪਲ ਮਾਂ ਕੋਲ ਵੀ ਰਹਿਣ ਦਿਆ ਕਰੋ। ਦੀਪਤੀ ਵੀ ਖਿੱਚਦੀ ਹੋਵੇਗੀ। ਠੀਕ ਕਹਿੰਦੀ ਹੈ ਤੂੰ, ਮੈਂ ਤੇ ਐਵੇਂ ਪਾਗਲ ਹੋ ਗਿਆ ਹਾਂ। ਬੱਚੇ ਨੂੰ ਮਾਂ ਕੋਲ ਵੀ ਹੀ ਜ਼ਿਆਦਾ ਦੇਰ ਰਹਿਣਾ ਚਾਹੀਦਾ ਹੈ। ਇਹ ਖਿਆਲ ਮੈਨੂੰ ਰੱਖਣਾ ਚਾਹੀਦਾ ਹੈ। ਤੇ ਫਿਰ ਪੁਸਤਕ ਪੜ੍ਹਨ ਲੱਗ ਪਏ। ਬੱਚਾ ਵੀ ਦਾਦੂ ਕੋਲ ਰਹਿਣ ਦਾ ਆਦੀ ਹੋ ਗਿਆ ਸੀ। ਮਾਂ ਕੋਲ ਹੁੰਦਿਆਂ ਰੋਣ ਲੱਗ ਪੈਂਦਾ, ਚੁੱਪ ਹੀ ਨਹੀਂ ਕਰਦਾ। ਤੰਗ ਆ ਕੇ ਦੀਪਤੀ ਦਾਦੂ ਕੋਲ ਦੇ ਦਿੰਦੀ। ਦਾਦੂ ਦੀ ਝੋਲੀ ਵਿੱਚ ਆਉਂਦਿਆਂ ਹੀ ਰੋਣਾ ਬੰਦ ਕਰ ਦਿੰਦਾ, ਹੱਸਣ ਲੱਗ ਪੈਂਦਾ ਤੇ ਸੌਂ ਜਾਂਦਾ। ਤੁਸੀਂ ਪਤਾ ਨਹੀਂ ਕੀ ਜਾਦੂ ਕਰ ਦਿੱਤਾ ਹੈ ਇਸ ਤੇ, ਤੁਹਾਡੇ ਬਿਨਾਂ ਰਹਿੰਦਾ ਹੀ ਨਹੀਂ। ਉੱਥੇ ਮੰਮੀ ਦੇ ਘਰ ਜਾਂਦੀ ਆ ਤਾਂ ਰੋਈ ਰੋਈ ਕਰਦਾ ਰਹਿੰਦਾ ਹੈ, ਜਾਨ ਖਾ ਛੱਡਦਾ ਹੈ। ਦੀਪਤੀ ਕਹਿੰਦੀ, ਇਸ ਤੋਂ ਆਪਣੇ ਘਰ ਦੀ ਯਾਦ ਸਤਾਉਂਦੀ ਹੋਵੇਗੀ ਨਾ? ਦਾਦੂ ਬੋਲੇ, ਘਰ ਦੀ ਯਾਦ ਨਹੀਂ, ਤੁਹਾਡੀ ਯਾਦ ਸਤਾਉਂਦੀ ਹੈ। ਹੁਣ ਮੈਂ ਇਸ ਨੂੰ ਨਾਲ ਲੈ ਕੇ ਨਹੀਂ ਜਾਇਆ ਕਰਨਾ, ਆਪਣੇ ਕੋਲ ਹੀ ਇਸ ਨੂੰ ਰੱਖਿਆ ਕਰੋ। ਇਸ ਦੀਆਂ ਆਦਤਾਂ ਵੀ ਤੁਸੀਂ ਵਿਗਾੜ ਦਿੱਤੀਆਂ ਨੇ। ਤੇ ਗੁੱਸੇ ਵਿੱਚ ਆਪਣੇ ਕਮਰੇ ਵਿੱਚ ਚਲੀ ਗਈ। ਠੀਕ ਕਹਿੰਦੀ ਆ, ਤੁਸੀਂ ਬੱਚੇ ਦੀ ਆਦਤ ਵਿਗਾੜ ਦਿੱਤੀ ਆ, ਤੁਹਾਡੇ ਬਿਨਾਂ ਇਹ ਕਿਸੇ ਕੋਲ ਟਿਕਦਾ ਹੀ ਨਹੀਂ। ਆਨੰਦੀ ਬੋਲੀ, ਨਿੱਕਾ ਬੱਚਾ ਹੈ, ਹੌਲੀ ਹੌਲੀ ਸਮਝ ਜਾਵੇਗਾ। ਫਿਰ ਮਾਂ ਕੋਲ ਹੀ ਇਸਨੇ ਰਹਿਣਾ ਹੈ, ਦਾਦੂ ਨੂੰ ਇਸਨੇ ਪੁੱਛਣਾ ਵੀ ਨਹੀਂ। ਦਾਦੂ ਬੋਲੇ। ਅੱਗੇ ਤੋਂ ਦੀਪਤੀ ਕਿਤੇ ਵੀ ਜਾਂਦੀ, ਕਿਸੇ ਕਿੱਟੀ ਪਾਰਟੀ 'ਤੇ ਜਾਂ ਕਿਸੇ ਸਹੇਲੀ ਦੇ ਜਨਮ ਦਿਨ 'ਤੇ, ਵਿਆਹ ਦੀ ਵਰ੍ਹੇਗੰਢ 'ਤੇ ਜਾਂ ਸ਼ਾਪਿੰਗ ਕਰਨ, ਤੇ ਉਹ ਬੱਚੇ ਨੂੰ ਦਾਦੂ ਕੋਲ ਹੀ ਛੱਡ ਜਾਂਦੀ। ਦੁੱਧ ਦੀ ਬੋਤਲ ਦੇ ਜਾਂਦੀ ਤੇ ਬਦਲਣ ਵਾਸਤੇ ਡਾਇਪਰ। ਸ਼ੁਰੂ ਵਿੱਚ ਉਸ ਦੀਆਂ ਸਹੇਲੀਆਂ ਬੱਚੇ ਬਾਰੇ ਪੁੱਛਦੀਆਂ, बेबी को क्यों नहीं लाई? दादू के पास छोड़ के आई हूँ, उत्तर देती। दादू के पास रह लेता है? हाँ, वो उन्हीं के पास रहता है। मैं घर में रहूँ तब भी उनके पास ही रहता है। बड़ी लकी हो तुम, बेबी को आया के पास नहीं छोड़ना पड़ता। दादू ही आया का रोल कर लेते हैं। ते सारियां हंस पैंदियां।
ਦਾਦੂ ਨੇ ਬੱਚੇ ਦਾ ਨਾਂ ਅਮਨ ਰੱਖਿਆ ਸੀ। ਉਹਨਾਂ ਦੀ ਜ਼ੁਬਾਨ 'ਤੇ ਹਮੇਸ਼ਾ ਉਸ ਦਾ ਨਾਂ ਰਹਿੰਦਾ, ਜਿਵੇਂ ਨਾਂ ਨਾ ਹੋਵੇ ਕੋਈ ਜਾਪ ਹੋਵੇ। ਦੀਪਤੀ ਦੇ ਮਨ ਵਿੱਚ ਆਇਆ, ਬੱਚਾ ਮੇਰਾ ਹੈ, ਮੇਰੇ ਕੋਲ ਰਹਿੰਦਾ ਹੀ ਨਹੀਂ, ਆਪਣੇ ਵੱਲ ਉਸ ਦਾ ਧਿਆਨ ਕਰਨਾ ਚਾਹੀਦਾ ਹੈ। ਜਿਵੇਂ ਜਿਵੇਂ ਵੱਡਾ ਹੋਵੇਗਾ ਇਸ ਦੀ ਰੁਚੀ ਤੇ ਦਾਦੂ ਵੱਲ ਹੀ ਰਹੇਗੀ, ਮੇਰੇ ਕੋਲ ਆਏਗਾ ਹੀ ਨਹੀਂ, ਮੇਰੀ ਕੋਈ ਗੱਲ ਮੰਨੇਗਾ ਹੀ ਨਹੀਂ। ਇਹ ਸੋਚ ਕੇ ਬੱਚੇ ਨੂੰ ਮੋਬਾਈਲ ਗੇਮਾਂ, ਜਾਨਵਰਾਂ ਦੇ ਵੀਡੀਓ, ਬੱਚਿਆਂ ਦੇ ਵੀਡੀਓ ਵਿਖਾਉਣੇ ਸ਼ੁਰੂ ਕਰ ਦਿੱਤੇ ਤਾਂ ਕਿ ਉਸੇ ਕੋਲ ਬੈਠਾ ਰਵੇ ਤੇ ਉਸ ਦੀ ਰੁਚੀ ਬਣੀ ਰਹੇ। ਫਿਰ ਟੀਵੀ 'ਤੇ ਕਾਰਟੂਨ ਵੇਖਣ ਦੀ ਆਦਤ ਪਾ ਦਿੱਤੀ। ਹਰ ਵੇਲੇ ਬੱਚਾ ਕਾਰਟੂਨ ਹੀ ਵੇਖਦਾ ਰਹਿੰਦਾ। ਦਾਦੀ ਦਾਦੂ ਦੇ ਕਮਰੇ ਵਿੱਚ ਅਮਨ ਦਾ ਆਉਣਾ ਘਟ ਗਿਆ। ਖਾਣਾ ਖਾਣ ਲੱਗਿਆਂ ਜਾਂ ਪੀਣ ਲੱਗਿਆਂ ਉਹ ਕਾਰਟੂਨ ਵੇਖਣ ਦੀ ਜ਼ਿੱਦ ਕਰਦਾ ਤੇ ਦੀਪਤੀ ਉਸ ਨੂੰ ਟੀਵੀ ਲਗਾ ਕੇ ਹੀ ਰੋਟੀ ਖਵਾਉਂਦੀ, ਚਾਹ ਪਿਆਉਂਦੀ ਤੇ ਸਾਰਾ ਦਿਨ ਟੀਵੀ ਅੱਗੇ ਬਿਠਾਈ ਰੱਖਦੀ। ਸਰਦਾਰ ਜੀ ਨੂੰ ਇਹ ਬਿਲਕੁਲ ਚੰਗਾ ਨਾ ਲੱਗਦਾ। ਉਹ ਕਈ ਵਾਰੀ ਅਮਨ ਨੂੰ ਬੁਲਾਉਂਦੇ ਪਰ ਉਹ ਗੱਲ ਅਣਸੁਣੀ ਕਰ ਦਿੰਦਾ। ਇਵੇਂ ਬੱਚੇ ਨੂੰ ਉਸ ਤੋਂ ਦੂਰ ਰੱਖਣ ਦਾ ਬਹੁਤ ਦੁੱਖ ਹੁੰਦਾ, ਪਰ ਉਹ ਕੁਝ ਨਹੀਂ ਸੀ ਕਹਿ ਸਕਦੇ। ਆਪਣੀ ਪਤਨੀ ਨਾਲ ਹੀ ਬੁੜਬੁੜ ਕਰਦੇ ਰਹਿੰਦੇ, ਵੇਖ ਕਿਵੇਂ ਇਸਨੇ ਬੱਚਾ ਸਾਡੇ ਤੋਂ ਨਿਖੇੜ ਲਿਆ ਹੈ, ਸਾਡੇ ਕੋਲ ਆਉਣ ਹੀ ਨਹੀਂ ਦਿੰਦੀ, ਕਿੰਨਾ ਬੁਲਾਉਣ 'ਤੇ ਵੀ ਉਹ ਹੁਣ ਆਉਂਦਾ ਹੀ ਨਹੀਂ, ਮੇਰੇ ਕੋਲ ਵੀ ਨਹੀਂ ਆਉਂਦਾ। ਪਹਿਲੇ ਦਾਦੀ ਦਾਦੀ ਕਰਕੇ ਗਲੇ ਲੱਗ ਜਾਂਦਾ ਸੀ, ਪਰ ਹੁਣ ਵੇਖਦਾ ਵੀ ਨਹੀਂ, ਉਹ ਮੇਰੇ ਵੱਲ ਵੀ ਨਹੀਂ ਵੇਖਦਾ ਜਿਸ ਦੇ ਕੋਲ 24 ਘੰਟੇ ਰਹਿੰਦਾ ਸੀ। ਚਲੋ ਕੋਈ ਗੱਲ ਨਹੀਂ, ਬੱਚਾ ਉਸਦਾ ਹੈ, ਜਿਵੇਂ ਮਰਜ਼ੀ ਰੱਖੇ। ਆਨੰਦੀ ਬੋਲੀ, ਅਸੀਂ ਬੱਚੇ ਦੇ ਕੁਝ ਨਹੀਂ ਲੱਗਦੇ। ਸਰਦਾਰ ਜੀ ਗੁੱਸੇ ਵਿੱਚ ਬੋਲੇ, ਵੱਡਾ ਹੋਏਗਾ ਤਾਂ ਸਭ ਸਮਝ ਆਏਗਾ। ਕੀ ਸਮਝੇਗਾ? ਮਾਂ ਇਸ ਨੂੰ ਕੁਝ ਸਮਝਣ ਨਹੀਂ ਦੇਵੇਗੀ। ਆਪਣੇ ਪੁੱਤਰ ਨੂੰ ਵਸ ਵਿੱਚ ਕਰ ਲਿਆ ਹੈ, ਇਸੇ ਤਰ੍ਹਾਂ ਪਤੀ ਨੂੰ ਵੀ ਵਸ ਵਿੱਚ ਕਰ ਲਏਗੀ ਤੇ ਸਾਡੇ ਹੱਥ ਵਿੱਚ ਕੀ ਰਹਿ ਜਾਏਗਾ? ਤੁਸੀਂ ਐਵੇਂ ਖਪਦੇ ਹੋ, ਨਾ ਪੋਤਰਾ ਤੁਹਾਡਾ ਕਿਤੇ ਜਾਏਗਾ ਨਾ ਪੁੱਤਰ ਕਿਤੇ ਜਾਏਗਾ। ਅਮਨ ਦੀ ਉਹ ਮਾਂ ਏ, ਉਸ ਦਾ ਵੀ ਮਨ ਕਰਦਾ ਹੈ ਕਿ ਉਸ ਦਾ ਬੱਚਾ ਉਸਦੇ ਕੋਲ ਰਵੇ, ਉਸ ਦੀ ਗੱਲ ਮੰਨੇ। ਬੱਚੇ ਦਾ ਸਾਡੇ ਕੋਲ ਆਉਣ ਨਾਲ ਉਸ ਦੀ ਮਮਤਾ ਨੂੰ ਫਰਕ ਪੈਂਦਾ ਹੈ? ਕਿ ਪੈਂਦਾ ਹੋਵੇਗਾ ਯਾਰ, ਉਸ ਬੱਚੇ ਦਾ ਭਵਿੱਖ ਖਰਾਬ ਕਰ ਰਹੀ ਹੈ। ਕਾਰਟੂਨ ਵੇਖਣੇ ਚੰਗੀ ਗੱਲ ਨਹੀਂ, ਇਹ ਬਹੁਤ ਮਾੜੀ ਆਦਤ ਹੈ। ਬੱਚੇ ਦੀ ਸੋਚ ਤੇ ਸਿਹਤ ਤੇ ਉਸ ਦੇ ਨਜ਼ਰ ਤੇ ਅਸਰ ਪੈਂਦਾ ਹੈ। ਕਾਰਟੂਨਾਂ ਦੀਆਂ ਕਹਾਣੀਆਂ ਤੋਂ ਬਗੈਰ ਬੱਚੇ ਦੇ ਜ਼ਿਹਨ ਵਿੱਚ ਹੋਰ ਕੁਝ ਨਹੀਂ ਪੈਂਦਾ। ਬੱਚੇ ਦਾ ਪੜ੍ਹਨ ਲਿਖਣ ਵਿੱਚ ਦਿਮਾਗ ਨਹੀਂ ਚੱਲਦਾ। ਕਾਰਟੂਨਾਂ ਦੇ ਪਾਤਰ ਹੀ ਉਸ ਦੇ ਦਿਮਾਗ ਵਿੱਚ ਘੁੰਮਦੇ ਰਹਿੰਦੇ ਹਨ। ਵੇਖੋ ਜੀ, ਉਹ ਸਿਆਣੀ ਆ, ਜਿਵੇਂ ਉਸਨੇ ਬੱਚੇ ਨੂੰ ਤੁਹਾਡੇ ਤੋਂ ਦੂਰ ਕਰ ਲਿਆ, ਉਵੇਂ ਟੈਲੀਵਿਜ਼ਨ ਤੋਂ ਵੀ ਦੂਰ ਕਰ ਲਵੇਗੀ। ਤੁਸੀਂ ਫਿਕਰ ਨਾ ਕਰੋ, ਤੁਹਾਡੇ ਬੱਚੇ ਸਨ, ਤੁਸੀਂ ਉਹਨਾਂ ਦੀ ਚਿੰਤਾ ਕਰਦੇ ਸੋ, ਪੜ੍ਹਾਏ, ਵੱਡੇ ਕੀਤੇ, ਉਹਨਾਂ ਨੂੰ ਸੈਟਲ ਕੀਤਾ, ਹੁਣ ਪੋਤਰੇ ਦੀ ਚਿੰਤਾ ਕਰਦੇ ਹੋ। ਆਪੇ ਉਸਦੇ ਮਾਂ ਪਿਓ ਉਸ ਦੀ ਚਿੰਤਾ ਕਰਨਗੇ, ਤੁਸੀਂ ਐਵੇਂ ਹੀ ਆਪਣਾ ਦਿਮਾਗ ਖਰਾਬ ਕਰਦੇ ਰਹਿੰਦੇ ਹੋ। ਆਨੰਦੀ ਨੇ ਸਮਝਾਇਆ। ਕਹਿੰਦੀ ਤੇ ਤੂੰ ਠੀਕ ਹੈ ਆਨੰਦੀ, ਫਿਰ ਵੀ ਮੈਨੂੰ ਇਸ ਬਾਰੇ ਦੋਹਾਂ ਨਾਲ ਹੀ ਗੱਲ ਕਰਨੀ ਪਵੇਗੀ। ਸੋਚ ਸਮਝ ਕੇ ਗੱਲ ਕਰਨੀ, ਉਹਨਾਂ ਨੂੰ ਬੁਰਾ ਨਹੀਂ ਲੱਗਣਾ ਚਾਹੀਦਾ। ਚੰਗੀ ਗੱਲ ਬੁਰੀ ਲੱਗਦੀ ਹੈ ਤਾਂ ਲੱਗੇ, ਮੈਨੂੰ ਕੋਈ ਪਰਵਾਹ ਨਹੀਂ। ਗੁੱਸੇ ਵਿੱਚ ਸਰਦਾਰ ਜੀ ਬਾਹਰ ਨਿਕਲ ਗਏ, ਇਕਾਂਤ ਵਿੱਚ ਜਾ ਕੇ ਬੈਠ ਗਏ। ਹੌਲੀ ਹੌਲੀ ਸ਼ਾਂਤ ਹੋ ਗਏ, ਫਿਰ ਆਪਣੇ ਨਾਲ ਹੀ ਬੋਲਣ ਲੱਗ ਪਏ। ਮਾਂ ਨੂੰ ਤੇ ਹੱਕ ਹੈ ਆਪਣੇ ਬੱਚੇ ਨੂੰ ਸੀਨੇ ਨਾਲ ਲਗਾ ਕੇ ਰੱਖੇ, ਉਸ ਨੂੰ ਢੇਰ ਸਾਰਾ ਪਿਆਰ ਕਰੇ, ਬੱਚੇ ਤੋਂ ਮਮਤਾ ਨਿਛਾਵਰ ਕਰੇ। ਫਿਰ ਮੈਨੂੰ ਕੀ ਤਕਲੀਫ ਹੈ? ਤੂੰ ਬੱਚੇ ਨੂੰ ਮਿਲ ਲੈਂਦਾ ਹੈ, ਪਿਆਰ ਵੀ ਕਰ ਲੈਂਦਾ ਹੈ, ਉਸ ਦਾ ਘੋੜਾ ਨਹੀਂ ਬਣਦਾ ਤੇ ਕੀ ਹੋਇਆ? ਬੱਚਾ ਵੱਡਾ ਹੋਵੇਗਾ ਤਾਂ ਸਮਝ ਜਾਵੇਗਾ। ਹਾਲੇ ਤੇ ਮਸਾਂ 4 ਸਾਲ ਦਾ ਹੈ। ਅਗਰ ਮੈਂ ਅਰਸ਼ਪ੍ਰੀਤ ਨਾਲ ਗੱਲ ਕਰਾਂ ਤਾਂ ਠੀਕ ਨਹੀਂ ਹੋਵੇਗਾ। ਐਵੇਂ ਪਤੀ ਪਤਨੀ ਵਿੱਚ ਵਿਤਕਰਾ ਪਾਉਣ ਵਾਲੀ ਗੱਲ ਹੈ। ਉਹ ਦੋਨੋਂ ਹੀ ਮੇਰੇ ਬੱਚੇ ਹਨ, ਮੈਨੂੰ ਉਹਨਾਂ ਨਾਲ ਕੋਈ ਗੱਲ ਨਹੀਂ ਕਰਨੀ ਚਾਹੀਦੀ। ਪਤਨੀ ਦੇ ਆਖੇ ਲੱਗ ਕੇ ਅਰਸ਼ ਕੁਝ ਕਹਿ ਬੈਠੇ ਤਾਂ ਕੀ ਕਰੇਗਾ? ਫਿਰ ਘਰ ਵਿੱਚ ਹੋਰ ਅਸ਼ਾਂਤੀ ਹੋ ਜਾਏਗੀ।
ਇਹ ਸੋਚ ਕੇ ਸਰਦਾਰ ਜੀ ਦਾ ਗੁੱਸਾ ਠੰਡਾ ਹੋ ਗਿਆ। ਘਰ ਪਰਤ ਆਏ ਤੇ ਮਨ ਵਿੱਚ ਆਇਆ ਨੂੰਹ ਨਾਲ ਕੋਈ ਪਿਆਰ ਦੀ ਹੀ ਗੱਲ ਕੀਤੀ ਜਾਵੇ। ਉਹਨਾਂ ਨੇ ਕਿਹਾ, ਦੀਪਤੀ ਬੇਟੇ, ਅੱਜ ਮੈਂ ਬਹੁਤ ਲੰਮੀ ਸੈਰ ਕਰਕੇ ਆਇਆ, ਮਨ करता है कि तेरे हाथों की बनी चाय पीवा। मैं पुष्पा को कह देती हूँ आपके लिए चाय बना देगी। काम वाली का नाम लेके उसने उत्तर दिता। उसके हाथों की चाह तो सारा दिन ही पींदा हाँ, मैं तो तेरे हाथ की बनी चाह पीने चाहता सा। मैं तो डैडी जी अमन को होमवर्क करवा रही हूँ, आप इंतज़ार कीजिए, मैं उसको काम करवा के आपके लिए चाय बना दूँगी, अगर आपने मेरे हाथ की ही पीनी है। सरदार जी का मतलब चाह नहीं सी, वो ते नेड़ता ते अपनापन वधाउण दा यतन कर रहे सन। खैर कुछ चिर उड़ीकते रहे, दीप्ति नहीं आई। पता नहीं 4 साल के बच्चे नूं उसने किन्ना पढ़ाउणा सी। उन्हां दे मन की भावना होर कठोर हो गई, पर सबर ते संतोख नाल मन ते काबू कर लिया। मन नूं पक्का करन दा इरादा बना लिया। दीप्ति नाल गल करनी बंद कर दित्ती, अमन नूं बुलाउणा बंद कर दिता, अपने कमरे विच आप नूं बंद कर लिया ते किताबां नाल नेह ला लिया। आनंदी काफ़ी बदल चुकी सी, पति लई चिंता भी करती सी, पति की इज्जत भी करती सी ते हुण कुछ भरोसा भी बनिया सी। सरदार नूं चुप-चाप वेखना उसनूं चंगा नहीं सी लगदा ते कहंदी, तुसीं किन्ने वड्डे सरदार हो, की कुछ नहीं वेख्या जिंदगी विच। दुश्मनां नाल जंगां लड़ियां जे, कमांडिंग ऑफिसर रहे हो, किन्ना कुछ सिया, फिर घर विच छोटी जी गल दिल ते ला के बह गए हो। ये छोटी जी गल नहीं है आनंदी, एक कप चाह जिहड़ी बहू ना पिला सकी, वो की पुछेगी, की सेवा करेगी अगर लोड़ पै जाए। काम करने वाली के सहारे जीवन बसर करना पवेगा, वो ना होवे तो चाह भी नसीब नहीं होवेगी। हाली मैं जिंदा हाँ, क्यों चिंता करते हो? कदी कदी मैं सोचता हाँ इस घर नूं छड्ड के अपने पिंड चला जावां, अपने लोकां विच रवां जिहड़े इज्जत ते मान करते हैं, मेरे एक इशारे ते जान देण नूं तैयार हो जाते हैं। वो माँ दे दुध वाला भरा मैनू याद है। सरदार जी अजकल सब जगह यही हाल आ, वो भी तुहाडा उत्थे भी तुहाडा कौन रहा है। वीर जी ते भाभी जी ने वो बेचारे बिरध हो गए ने, उन्हां दी कुड़ी अपने घर चली गई ते लड़के अपनियां लाड़ियां लैके कम्मां दे सिलसिले विच बाहर चले गए। उन्हां नाल भी कोई नूं रहण नूं तैयार नहीं, कोई बच्चा माँ प्यो नूं अपने कोल रखण नूं तैयार ही नहीं। बेटी भी बेचारी 15 दिन ਜਾਂ महीने विच आके खबरसार लै लैंदी आ, बाकी ते सब वाहिगुरू आसरे आ। ਜ਼ਮੀਨ ਜਾਇਦਾਦ भी तुसीं उन्हां नूं दे आए सी, कदे तुसीं उन्हां कोलों पुछिया ही नहीं, कदे हिसाब नहीं लिया। उसे ਜ਼ਮੀਨ ते नौकर चाकर ते कई टब्बर पालदे सन, पर तुसीं छड्ड छडा के आ गए। ਉਹ ਜ਼ਮੀਨ ਤੁਹਾਡੇ ਕਬਜ਼ੇ ਵਿੱਚ ਹੁੰਦੀ ਤਾਂ ਕੁਝ ਰਕਮ ਤੁਹਾਡੇ ਪੱਲੇ ਵੀ ਪੈ ਜਾਣੀ ਸੀ। ਆਨੰਦੀ, ਇਸ ਜ਼ਮੀਨ ਜਾਇਦਾਦ ਦੀ ਕਿੱਥੇ ਗੱਲ ਲੈ ਕੇ ਬਹਿ ਗਈ ਹੈ? ਅੱਜ ਕੱਲ੍ਹ ਸਾਰੇ ਪਾਸੇ ਇਹੀ ਹਾਲ ਆ, ਭਾਵੇਂ ਪਿੰਡ ਦੇ ਬੱਚੇ ਹੋਣ ਜਾਂ ਸ਼ਹਿਰਾਂ ਦੇ। ਮਾਤਾ ਪਿਤਾ ਦੀ ਇੱਜ਼ਤ ਕੋਈ ਨਹੀਂ ਕਰਦਾ। ਅਗਰ ਲੜਕਾ ਕਰਨਾ ਵੀ ਚਾਹਵੇ, ਬੀਵੀਆਂ ਨਹੀਂ ਕਰਨ ਦਿੰਦੀਆਂ। ਉਹ ਰੇੜਕਾ ਪਾ ਕੇ ਬਹਿ ਜਾਂਦੀਆਂ ਨੇ ਕਿ ਆਪਣੇ ਬੱਚਿਆਂ ਬਾਰੇ ਸੋਚੋ। ਮਾਂ ਪਿਓ ਨੇ ਤਾਂ ਜ਼ਿੰਦਗੀ ਨਿਭਾ ਲਈ ਆ, ਬਾਕੀ ਜ਼ਿੰਦਗੀ ਵਿੱਚ ਆਪਣਾ ਖਿਆਲ ਆਪ ਰੱਖਣਗੇ। ਜਿਨ੍ਹਾਂ ਨੂੰ ਪੈਨਸ਼ਨ ਮਿਲਦੀ ਆ ਜਾਂ ਬੈਂਕ ਬੈਲੈਂਸ ਨੇ, ਉਹ ਤਾਂ ਗੁਜ਼ਾਰਾ ਕਰ ਲੈਂਦੇ ਨੇ। ਜਿਨ੍ਹਾਂ ਕੋਲ ਕੁਝ ਨਹੀਂ ਜਾਂ ਜਿਹੜੇ ਆਪਣੀ ਸਾਰੀ ਪੂੰਜੀ ਬੱਚਿਆਂ ਨੂੰ ਸਟੈਂਡ ਕਰਨ ਵਿੱਚ ਲਾ ਦਿੰਦੇ ਨੇ, ਅਗਰ ਬੱਚਿਆਂ ਤੋਂ ਠੁਕਰਾ ਦਿੱਤੇ ਜਾਣ ਤਾਂ ਕਿਵੇਂ ਅੰਤਮ ਗੁਜ਼ਾਰਾ ਕਰ ਸਕਦੇ ਨੇ। ਸਾਡੇ ਸਮਾਜ ਵਿੱਚ ਕਿੰਨਾ ਕੁਝ ਹੋ ਰਿਹਾ ਹੈ, ਕਿਵੇਂ ਬਜ਼ੁਰਗ ਯਤੀਮਾਂ ਵਾਂਗੂ ਆਸ਼ਰਮਾਂ ਵਿੱਚ ਰੋਂਦੇ ਨੇ। ਜਿਨ੍ਹਾਂ ਬੱਚਿਆਂ ਲਈ ਉਹਨਾਂ ਦੇ ਭਵਿੱਖ ਲਈ ਆਪਣਾ ਭਵਿੱਖ ਦਾਅ 'ਤੇ ਲਾ ਦਿੰਦੇ ਨੇ, ਉਹੀ ਬੱਚੇ ਉਹਨਾਂ ਨੂੰ ਪੁੱਛਦੇ ਵੀ ਨਹੀਂ। ਅੰਤ ਵਿੱਚ ਠੋਕਰਾਂ ਤੋਂ ਸਿਵਾ ਕੀ ਮਿਲਦਾ ਹੈ? ਇੰਨਾ ਕੁਝ ਸੋਚਦੇ ਹੋ ਤੁਸੀਂ। ਵਾਹਿਗੁਰੂ ਦੀ ਕਿਰਪਾ ਨਾਲ ਇੰਨੀ ਪੈਨਸ਼ਨ ਮਿਲਦੀ ਹੈ ਤੁਹਾਨੂੰ, 4 ਪਰਿਵਾਰ ਪਾਲ ਸਕਦੇ ਹੋ। ਗੱਲ ਪੈਸੇ ਦੀ ਨਹੀਂ ਮੈਂ ਕਰਦਾ,
ਮੈਂ ਦਿਲ ਦੇ ਸਕੂਨ ਦੀ ਗੱਲ ਕਰਦਾ। ਮੈਨੂੰ ਮਹਿਸੂਸ ਹੋ ਰਿਹਾ ਹੈ ਕਿ ਮੈਂ ਇੰਨਾ ਉਪੇਕਸ਼ਿਤ ਕਦੀ ਨਹੀਂ ਹੋਇਆ। ਇਹ ਤੁਹਾਡਾ ਵਹਿਮ ਆ। ਸ਼ਾਂਤੀ ਤੇ ਸਬਰ ਨਾਲ ਆਪਣੇ ਬੇਟੇ ਨਾਲ ਗੱਲ ਕਰੋ ਅਗਰ ਤੁਸੀਂ ਇੰਨੇ ਦੁਖੀ ਹੋ। ਮੈਨੂੰ ਇਹੋ ਜਿਹਾ ਕੁਝ ਆਭਾਸ ਨਹੀਂ ਹੁੰਦਾ। ਇਹ ਸਿਰਫ ਤੁਹਾਡਾ ਵਹਿਮ ਆ, ਕਿਉਂਕਿ ਤੁਸੀਂ ਜੀਵਨ ਵਿੱਚ ਕਿਸੇ ਕੋਲੋਂ ਨਾ ਨਹੀਂ ਸੁਣੀ। ਅਗਲੀ ਪੀੜ੍ਹੀ ਦੇ ਨਾਲ ਤਾਲਮੇਲ ਬਣਾਉਣ ਦੀ ਲੋੜ ਆ। ਇਸ ਗੱਲ ਨੂੰ ਸਮਝੋ।